ਭਗਵੰਤ ਮਾਨ ਸਟੇਟਮੈਂਟ ਦਿੰਦੇ ਨੇ, ਕਹਿੰਦੇ ਬਾਦਲ ਪਰਿਵਾਰ ਦੇ 5 ਮੈਂਬਰ ਲੜ ਰਹੇ ਨੇ, 5 ਹਾਰਨਗੇ, ਵਿੱਚ ਉਹ ਦੇਸ਼ ਪ੍ਰਤਾਪ ਖਹਿਰਾ ਨੂੰ ਜੋੜਦੇ ਨੇ। ਤੇ ਦੂਜਾ ਹੁਣ ਉਹ ਦੂਜਾ ਸ਼ਰਾਬੀ ਜਿਹੜਾ ਜੇ ਹਿੰਮਤ ਹੈਗੀ ਬੰਦੇ ਦੇ ਲੱਤਾਂ ਰਾਜਾ ਵੜਿੰਗ ਨੇ ਇੱਕ ਇੰਟਰਵਿਊ 'ਚ ਕਿਹਾ ਜੀ ਮੇਰਾ ਕਤਲ ਕਰਵਾਉਣਾ ਚਾਹੁੰਦਾ ਬਾਦਲ ਪਰਿਵਾਰ ਉਹ ਬਾਦਲਾਂ ਦੀ ਬੱਸਾਂ ਰੋਕਦਾ। ਉਹ ਕਹਿੰਦਾ ਮੇਰੇ ਤੇ ਤਾਂ ਹੀ ਗੁੱਸਾ ਇਹਨਾਂ ਨੂੰ ਕਿਉਂਕਿ ਮੈਂ ਬੱਸਾਂ ਤੇ ਕਰ ਰਹੀ ਹਾਂ। ਬਾਦਲਾਂ ਨੇ ਉਲਟਾ ਕਹਿ ਰਿਹਾ ਕਿ ਤੁਸੀਂ ਕਤਲ, ਕਹਿੰਦਾ ਮੇਰਾ ਤਾਂ ਕਤਲ ਕਰਵਾਉਣ ਨੂੰ ਫਿਰਦੇ ਸਾਰੇ ਬਾਦਲ ਰਲ ਕੇ, ਜਦ ਪਾਰਲੀਮੈਂਟ ਬਾਦਲ ਨੂੰ ਵਿੱਚ ਕਿਹਾ। ਆਮ ਆਦਮੀ ਪਾਰਟੀ ਕਲੇਮ ਕਰ ਰਹੀ ਹੈ ਕਿ ਸਾਡਾ ਅੰਡਰਕਰੰਟ ਹੈ, ਸਾਡੀ ਵੇਵ ਹੈ, ਤੁਸੀਂ ਕਿਵੇਂ ਐਨਾਲਿਸਿਸ ਕਰਦੇ ਹੋਗੇ ਕਿਉਂਕਿ ਮਾਲਵੇ 'ਚ ਤੁਸੀਂ ਚੋਣ ਲੜਦੇ ਹੋ? ਇਹ ਬੰਦਾ ਸੂਬੇ ਦੀ ਅਗਵਾਈ ਕਰੂਗਾ ਜਿਹੜਾ 15 ਲੱਖ ਦੀ ਅਗਵਾਈ ਕਰਨ 'ਚ ਇੰਨਾ ਫੇਲ ਹੋਇਆ। ਹੁਣ ਉਹ ਕਹਿੰਦਾ ਇੱਕ ਮੌਕਾ ਇਹਨੂੰ ਦੇ ਦਿਓ। ਤੁਹਾਨੂੰ ਕੀ ਲੱਗਦਾ ਕਾਂਗਰਸ ਤੇ ਆਪ ਮਿਲ ਕੇ ਸਰਕਾਰ ਬਣਾ ਸਕਦੇ, ਮਤਲਬ ਐ ਕੋਸ਼ਿਸ਼ ਕਰ ਸਕਦੇ? ਤੇ ਉਹ ਕਾਂਗਰਸ ਦੇ ਨਾਲ ਤਾਂ ਰਲ ਮਿਲ ਕੇ ਦਿੱਲੀ 'ਚ ਬਣਾਈ ਸੀ, ਸੋ ਦਿੱਲੀ 'ਚ ਬਣਾ ਸਕਦਾ ਤਾਂ ਪੰਜਾਬ 'ਚ ਕਿਉਂ ਨਹੀਂ? ਤੁਹਾਡੀ ਲੜਾਈ ਕਿਹਦੇ ਨਾਲ ਆ ਜੀ? ਕਾਂਗਰਸ ਪਾਰਟੀ ਨਾਲ ਹੈ, ਆਮ ਆਦਮੀ ਪਾਰਟੀ ਨਾਲ ਆ, ਜਾਂ ਤੁਹਾਡੇ ਪੁਰਾਣੇ ਸਹਿਯੋਗੀਆਂ ਬੀਜੇਪੀ ਦੇ ਨਾਲ? ਨਹੀਂ, ਬੀਜੇਪੀ ਤਾਂ ਹੈ ਹੀ ਨਹੀਂ ਕਿਤੇ। ਤੇ ਹੁਣ ਤਾਂ ਸ਼ਰੇਆਮ ਜਦੋਂ ਉਹਨਾਂ ਦੇ ਗੋਦ ਵਿੱਚ ਆ ਕੇ ਕੈਪਟਨ ਬਹਿ ਗਿਆ ਤੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਇਹਨਾਂ ਨੇ ਮੇਰਾ ਬੜਾ ਪੁਰਾਣਾ ਸਾਥ ਦਿਆ ਹੈ, ਤਾਂ ਅੱਜ ਕੋਈ ਮੂੰਹ ਕਿਉਂ ਨਹੀਂ ਖੋਲ ਰਿਹਾ ਹੈ? ਤੁਹਾਡੇ ਭਰਾ ਨੂੰ ਜਦੋਂ ਕੇਸ ਕੀਤਾ ਗਿਆ, ਤੁਸੀਂ ਕਿਹਾ ਟਾਰਗੇਟ ਕੀਤਾ ਗਿਆ, ਉਹਨਾਂ ਕੋਈ ਭੈਣ ਆਪਣੇ ਭਰਾ ਵਾਸਤੇ ਕੱਖ ਨਾ ਰਹੇ, ਮੈਨੂੰ ਲੱਗਦਾ ਕਿਸੇ ਦੇ ਮੂੰਹ ਤੋਂ ਵੀ ਨਹੀਂ ਨਿਕਲੂਗਾ ਜੇ ਤੁਸੀਂ ਕੋਸ਼ਿਸ਼ ਵੀ ਕਰੋ। ਤੇ ਸੁਪਰੀਮ ਕੋਰਟ ਤੋਂ ਐ ਬਾਇਜ਼ਤ ਹੋ ਕੇ ਬਰੀ ਹੋ ਕੇ ਆਊਗਾ ਕਿ ਰੱਬ ਇਹਨਾਂ ਦੇ ਮੂੰਹ 'ਚ ਤਮਾਚੇ ਮਾਰੂਗਾ। ਤਾਂ ਅਕਾਲੀ ਦਲ ਦੀ ਮਤਲਬ ਤੁਹਾਨੂੰ ਲੱਗਦਾਗਾ ਕਿ ਜਿਹੜੀ ਕਾਂਗਰਸ ਤੇ ਆਪ 'ਚ ਲੜਾਈ ਹੋਈ ਉਹ ਥੱਲੜੀ ਲੜਾਈ ਆ, ਤੁਸੀਂ ਨੰਬਰ 1 ਦੀ ਲੜਾਈ? ਉਹ ਕਾਂਗਰਸ ਤੇ ਆਪ ਦੀ ਨੰਬਰ 2 ਦੀ ਲੜਾਈ ਹੈ। ਸੀਐਮ ਚਰਨਜੀਤ ਚੰਨੀ ਨੂੰ ਜਦੋਂ ਸੀਐਮ ਬਣਾਇਆ ਗਿਆ ਤੁਹਾਨੂੰ ਵੀ ਪਤਾ ਕਿੰਨਾ ਰੌਲਾ ਪਿਆ, ਦਲਿਤ ਸੀਐਮ। ਕਾਂਗਰਸ ਦੇ ਜਿਹਨੂੰ ਤਾਂ 40 ਵੋਟਾਂ ਮਿਲੀਆਂ ਸੀਗੀਆਂ ਮੁੱਖ ਮੰਤਰੀ ਬਣਾਉਣ ਵਾਸਤੇ, ਜਾਖੜ, ਉਹ ਤਾਂ ਹਿੰਦੂ ਚਿਹਰੇ ਨੂੰ ਮੈਨੂੰ ਕਹਿੰਦੇ ਇਹਨਾਂ ਨੇ ਹਿੰਦੂਆਂ ਨੂੰ ਵੀ ਇਨਸਲਟ ਕੀਤਾ, ਦਲਿਤਾਂ ਨੂੰ ਤਾਂ ਜਿਹੜਾ ਕਰ ਰਹੇ ਨੇ। ਕਿ ਤੁਹਾਨੂੰ ਗੱਠਜੋੜ ਕਰਨ ਦੀ ਲੋੜ ਪਵੇ ਤੇ ਬੀਜੇਪੀ ਕੋਲ ਸੀਟਾਂ ਹੋਣ, ਕਰੋਗੇ ਗੱਠਜੋੜ? ਜਦ ਉਹਨਾਂ ਦੀ 2 ਸੀਟਾਂ ਸੀਗੀਆਂ ਨਾ, ਅਕਾਲੀ ਦਲ ਦੀ 11 ਹੁੰਦੀ ਸੀਗੀਆਂ, ਅਸੀਂ ਤਾਂ ਉਹਨਾਂ ਦੇ ਨਾਲ ਨਹੀਂ ਤੋੜਿਆ ਜਦੋਂ ਉਹ ਕੁਝ ਵੀ ਨਹੀਂ ਸੀਗੇ। ਕਾਂਗਰਸ ਤੇ ਆਪ 'ਚ ਅੰਡਰਸਟੈਂਡਿੰਗ ਤੁਸੀਂ ਕਹਿੰਦੇ? ਉਹ ਬਿਲਕੁਲ ਹੈਗੀ। ਵਿਧਾਨ ਸਭਾ ਪਹੁੰਚਣਗੇ ਕਿਹੜੇ 117 ਉਮੀਦਵਾਰ? ਪੰਜਾਬ ਵਿੱਚ ਕੌਣ ਬਣਾਉਣ ਜਾ ਰਿਹਾ ਹੈ ਨਵੀਂ ਸਰਕਾਰ? ਪਿੰਡ ਦੀ ਸੱਤ ਤੋਂ ਲੈ ਕੇ ਵਿਧਾਨ ਸਭਾ ਤੱਕ ਖਾਵਾਂਗੇ ਮਾਲਵੇ ਦਾ ਹਰ ਰੰਗ। ਦੁਆਬੇ ਤੇ ਵੀ ਰਹੇਗੀ ਸਾਡੀ ਤਿੱਖੀ ਨਜ਼ਰ। ਮਾਝੇ ਦੀ ਸਿਆਸਤ 'ਚ ਕੀ ਰਹੇਗਾ ਖਾਸ? ਸਟੂਡੀਓ ਤੋਂ ਲੈ ਕੇ ਗਰਾਊਂਡ ਜ਼ੀਰੋ ਤੱਕ ਨਿਊਜ਼ ਰੂਮ ਤੋਂ ਰੱਖਾਂਗੇ ਹਰ ਖਬਰ ਤੇ ਨਜ਼ਰ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸਿਆਸਤ ਦਾ ਦੱਸਾਂਗੇ ਤੁਹਾਨੂੰ ਪੂਰਾ ਹਾਲ। ਸਭ ਤੋਂ ਪਹਿਲਾਂ ਸਭ ਤੋਂ ਸਟੀਕ। ਮੈਂ ਯਾਦਵਿੰਦਰ ਸਿੰਘ। ਮੈਂ ਹਾਂ ਗਗਨਦੀਪ ਸਿੰਘ। ਮੈਂ ਹਾਂ ਵਿਕਰਮ ਸਿੰਘ। ਮੈਂ ਹਾਂ ਸ਼ੁਭਕਰਮਨ ਧਾਲੀਵਾਲ। ਮੈਂ ਹਾਂ ਸਿਮਰਨਜੀਤ ਸਿੰਘ। ਮੈਂ ਹਾਂ ਮਨਦੀਪ ਕੌਰ ਸੰਧੂ। ਮੈਂ ਹਾਂ ਕਰਨ ਹਾਂਡਾ। ਮੈਂ ਹਾਂ ਮਨਦੀਪ ਜੋਤ ਸਿੰਘ। ਮੈਂ ਹਾਂ ਸੀਰਤ ਸੰਧੂ। ਅਸੀਂ ਟੀਵੀ ਮੀਡੀਆ ਦੀ ਸਭ ਤੋਂ ਬੈਸਟ ਟੀਮ ਨਾਲ ਚੋਣਾਂ ਦੀ ਸਭ ਤੋਂ ਅਹਿਮ ਕਵਰੇਜ 20 ਫਰਵਰੀ ਨੂੰ ਲੈ ਕੇ ਆਵਾਂਗੇ। ਜੁੜੇ ਰਹੋ ਦਿਨ ਭਰ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪੰਜਾਬ ਦੀ ਰਾਜਨੀਤਿਕ ਲੜਾਈ ਆਪਣੇ ਅੰਤਮ ਪਲਾਂ 'ਚ, ਕੋਈ ਪਰਸੈਪਸ਼ਨ ਦੀ ਲੜਾਈ ਲੜ ਰਿਹਾ ਹੈ ਤੇ ਕੋਈ ਬੂਥ ਤੇ ਲੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਕੀ ਤਿਆਰੀਆਂ ਨੇ? ਸਾਡੇ ਨਾਲ ਹਰਸਿਮਰਤ ਕੌਰ ਬਾਦਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਕਿਵੇਂ ਦੇਖਦੇ ਨੇ ਪੰਜਾਬ ਦੀ ਇਸ ਰਾਜਨੀਤਿਕ ਲੜਾਈ ਨੂੰ ਔਰ ਅਕਾਲੀ ਦਲ ਦਾ ਹਾਲ ਕੀ ਹੈ, ਬਾਕੀ ਪਾਰਟੀਆਂ ਨੂੰ ਕਿਵੇਂ ਦੇਖ ਰਹੇ ਨੇ? ਸਵਾਗਤ ਹੈ ਹਰਸਿਮਰਤ ਜੀ, ਬਹੁਤ ਬਹੁਤ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾ ਸਵਾਲ ਮੇਰਾ ਇਹੀ, ਤੁਸੀਂ ਪਿਛਲੇ ਦਿਨਾਂ ਤੋਂ ਸਰਗਰਮ ਹੋ, ਰੈਲੀਆਂ ਕਰ ਰਹੇ ਹੋ, ਕਿਵੇਂ ਦੇਖ ਰਹੇ ਹੋ ਪੰਜਾਬ ਨੂੰ ਤੁਸੀਂ? ਮੇਰੇ ਹਿਸਾਬ ਨਾਲ ਬਿਲਕੁਲ ਕਲੀਅਰ ਕੱਟ ਹੈਗਾ। ਕੋਸ਼ਿਸ਼ ਦੋਨੋਂ ਪਾਰਟੀਆਂ ਨੇ, ਕਾਂਗਰਸ ਤੇ ਉਹਨਾਂ ਦੀ ਬੀ ਟੀਮ ਆਮ ਆਦਮੀ ਨੇ 2017 'ਚ ਵੀ ਕੀਤੀ, ਜਿੱਥੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ 'ਚ ਦਿੱਤੀ ਹੋਈ ਸਹੂਲਤਾਂ ਦਾ ਬਰਾਬਰੀ ਨਹੀਂ ਕਰ ਸਕਦੇ। ਦੋਨਾਂ ਨੇ ਰਲ ਮਿਲ ਕੇ ਇੱਕ ਫਿਕਸਡ ਮੈਚ ਖੇਡਿਆ ਸੀਗਾ, ਜਿੱਥੇ ਸਾਡੇ ਖਿਲਾਫ ਝੂਠੇ ਬੇਬੁਨਿਆਦ ਇਲਜ਼ਾਮ ਲਾ ਕੇ ਸਾਨੂੰ ਪੰਡਿਆ, ਲੋਕਾਂ ਦੇ ਮਨਾਂ 'ਚ ਜ਼ਹਿਰ ਘੋਲਿਆ, ਤੇ ਦੂਜੇ ਪਾਸੇ ਲਾਰੇ ਲਾਏ। ਇੱਕ ਦੀ ਸਰਕਾਰ ਬਣ ਗਈ, ਇੱਕ ਵਿਰੋਧੀ ਧਿਰ ਬਣ ਗਈ। ਦੋਨਾਂ ਨੇ 5 ਸਾਲ ਸੱਤਾ ਭੋਗਿਆ। ਕਾਂਗਰਸ ਨੇ ਲੁੱਟ ਕੇ
ਖਜ਼ਾਨਾ ਖਾਦਾ, ਲੋਕਾਂ ਨੂੰ ਬਿਲਕੁਲ ਨਕਾਰਤਾ, ਤੇ ਵਿਰੋਧੀ ਧਿਰ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਇੱਕ ਬਹੁਤ ਅਹਿਮ ਅਹੁਦਾ ਹੁੰਦਾ ਹੈ। ਜੀ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਇੱਕ ਐਮਐਲਏ ਨੂੰ ਵੀ ਪਤਾ ਹੈ ਕਿ ਕਿਹਦਾ ਯੋਗਦਾਨ ਕੀ ਸੀ। ਹਾਲਾਂਕਿ 20 ਵਿੱਚੋਂ 11 ਤਾਂ ਕਾਂਗਰਸ 'ਚ ਪਹਿਲੇ ਹੀ ਤੁਰ ਗਏ, ਤੇ ਬਾਕੀ ਬੱਚੇ ਕੁਛ ਸਾਰਿਆਂ ਨੂੰ ਉੱਥੇ ਸਜਾ ਕੇ ਰੱਖਿਆ ਕਿ ਤੁਸੀਂ ਲੱਖ ਲੱਖ ਰੁਪਏ ਤਨਖਾਹ, 60 ਮਹੀਨਿਆਂ 'ਚ 60 ਲੱਖ ਰੁਪਏ, ਬੰਗਲਾ, ਗਾੜੀ, ਪੈਟਰੋਲ, ਡੀਜ਼ਲ, ਟੈਲੀਫੋਨ, ਕਰੋੜਾਂ ਦੇ ਬੋਝ ਲੋਕਾਂ ਦੇ ਖਜ਼ਾਨੇ 'ਚ ਪਾ ਕੇ ਇਹਨਾਂ ਦਾ ਯੋਗਦਾਨ ਵਿਰੋਧੀ ਧਿਰ ਪੱਖੋਂ ਕੁਝ ਨਹੀਂ ਰਿਹਾ। ਹੁਣ ਜਿਹੜੇ ਇੱਕ ਮੌਕਾ ਹੋਰ ਮੰਗ ਰਹੇ, ਮੌਕਾ ਤਾਂ ਦੋਨਾਂ ਨੇ ਲੈ ਲਿਆ। ਸੋ ਇਹ ਨਾ ਮੇਰੇ ਹਿਸਾਬ ਨਾਲ ਬਿਲਕੁਲ ਕਲੀਅਰ ਹੈ ਕਿ ਇਹ ਮੌਕਾ ਪ੍ਰਸਤ ਪਾਰਟੀਆਂ ਨੇ ਆਪਣਾ ਮੌਕਾ ਜਿਹੜਾ ਸੀਗਾ ਉਹਨੂੰ ਇੱਕ ਨੇ ਇਸਤੇਮਾਲ ਕਰਿਆ, ਦੂਜੇ ਨੇ ਗਵਾ ਲਿਆ। ਲੋਕਾਂ ਨੇ ਇਹ ਸਾਰੇ ਕੁਝ ਸਮਝ ਕੇ ਮੈਂ ਉਮੀਦ ਕਰਦੀ ਹਾਂ ਬਹੁਤ ਵੱਡੀ ਗਿਣਤੀ ਦੇ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਤੁਹਾਡੀ ਲੜਾਈ ਕਿਹਦੇ ਨਾਲ ਆ ਗਈ? ਕਾਂਗਰਸ ਪਾਰਟੀ ਨਾਲ ਹੈ, ਆਮ ਆਦਮੀ ਪਾਰਟੀ ਨਾਲ ਆ, ਜਾਂ ਤੁਹਾਡੇ ਪੁਰਾਣੇ ਸਹਿਯੋਗੀਆਂ ਬੀਜੇਪੀ ਦੇ ਨਾਲ? ਨਹੀਂ, ਬੀਜੇਪੀ ਤਾਂ ਹੈ ਹੀ ਨਹੀਂ ਕਿਤੇ ਕਤਾਰ 'ਚ। ਲੇਕਿਨ ਇਹ ਜ਼ਰੂਰ ਮੈਂ ਨੋਟਿਸ ਕਰ ਰਹੀ ਹਾਂ ਕਿ ਅੱਜ ਕਾਂਗਰਸ ਹੀ ਕਾਂਗਰਸ ਨੂੰ ਵੋਟ ਨਹੀਂ ਪਾਉਣਾ ਚਾਹੁੰਦੀ। ਸੋ ਬਾਈ ਡਿਫਾਲਟ ਉਹ ਪਿੰਡਾਂ 'ਚ ਜਿਵੇਂ ਧੜੇਬੰਦੀ ਹੁੰਦੀ ਹੈ, ਉਹ ਅਕਾਲੀਆਂ ਨੂੰ ਨਹੀਂ ਪਾ ਸਕਦੇ, ਤਾਂ ਵੋਟ ਕਿੱਥੇ ਤਾਂ ਸਿੱਟਣੀ ਹੈ। ਕਿ ਪਿੰਡਾਂ 'ਚ ਜਿੱਥੇ ਵੀ ਮੈਂ ਨੋਟਿਸ ਕਰ ਰਹੀ ਹਾਂ ਸਿਰਫ ਕਾਂਗਰਸ ਹੀ ਆਪ ਨੂੰ ਪਾ ਰਹੀ ਹੈ। ਅਕਾਲੀ ਦਲ ਦਾ ਬੇਸ ਤਾਂ ਜਦ ਸਾਨੂੰ ਭੰਡਿਆ ਸੀ ਤਾਂ ਵੀ 31% ਦੀ ਜਿੱਥੇ ਸੀ ਉੱਥੇ ਹੀ ਖੜਿਆ ਹੋਇਆ ਹੈਗਾ, ਹੁਣ ਤਾਂ ਉਸ ਤੋਂ ਵਧਿਆ ਹੀ ਹੈਗਾ। ਸੋ ਇਹ ਲੜਾਈ ਕਾਂਗਰਸ ਦੀ ਅੰਦਰੂਨੀ ਆਪਸ ਦੀ ਲੜਾਈ ਹੈ। ਜ਼ਿਆਦਾਤਰ ਉਹ ਆਪ ਨੂੰ ਸਿੱਟ ਰਹੇ ਨੇ, ਬਾਕੀ ਕਿੱਥੇ ਸਿੱਟ ਰਹੇ ਪਤਾ ਲੱਗੂਗਾ, ਪਰ ਮੇਰੇ ਹਿਸਾਬ ਨਾਲ ਵੈਰੀ ਕਲੀਅਰਲੀ ਆਪਣਾ ਬੇਸ ਜਿੱਥੇ ਸੀਗਾ ਉਸ ਤੋਂ ਵਧਿਆ, ਸੋ ਸਰਕਾਰ ਆਪਣੀ ਬਣੂਗੀ। ਤਾਂ ਅਕਾਲੀ ਦਲ ਦੀ ਮਤਲਬ ਤੁਹਾਨੂੰ ਲੱਗਦਾ ਗਾ ਕਿ ਜਿਹੜੀ ਕਾਂਗਰਸ ਤੇ ਆਪ ਚ ਲੜਾਈ ਹੋਊ, ਉਹ ਥਰਡੀ ਲੜਾਈ ਆ, ਤੁਸੀਂ ਨੰਬਰ 1 ਦੀ ਲੜਾਈ? ਉਹ ਕਾਂਗਰਸ ਤੇ ਆਪ ਦੀ ਨੰਬਰ 2 ਦੀ ਲੜਾਈ ਹੈ, ਕੌਣ ਸੈਕੰਡ ਆਊਗਾ ਕੌਣ ਥਰਡ ਆਊਗਾ। ਕਿਉਂਕਿ ਇਸ ਵਾਰ ਕਿਹਾ ਜਾ ਰਿਹਾ 5 ਕੰਟੈਕਸਟ ਮੁਕਾਬਲਾ ਗਾ, ਬੜੇ ਛੋਟੇ ਮਾਰਜਨ ਰਹਿਣਗੇ, ਬੜੀਆਂ ਤਰ੍ਹਾਂ ਦੀਆਂ ਗੱਲਾਂ, ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਹੋ ਰਹੀ ਹੈ ਇਲੈਕਸ਼ਨ। ਦੇਖੋ ਕਾਂਗਰਸ ਹਮੇਸ਼ਾ ਇਹ ਨਵੇਂ ਹਥਕੰਡੇ ਅਪਣਾਉਂਦੀ ਹੈ। ਤੁਸੀਂ ਜ਼ਰਾ 2012 ਥੋੜਾ ਜਿਹਾ ਪਿੱਛੇ ਤਾਂ ਜਾ ਕੇ ਦੇਖੋ, ਆਪਾਂ ਭੁੱਲ ਭੱਲ ਜਾਂਦੇ ਨੇ। 2012 'ਚ ਉਹਨਾਂ ਨੇ 1.5 ਸਾਲ ਪਹਿਲੇ ਕੀ ਕੀਤਾ, ਜਦ ਦੇਖਾ ਕਿ ਇੱਕ ਵਾਰ ਫਿਰ ਅਕਾਲੀ ਦਲ ਆ ਜਾਊਗੀ, ਸਾਡੇ ਪਰਿਵਾਰ ਦੇ ਮੈਂਬਰ ਨੂੰ ਪਟਿਆ, ਮਨਪ੍ਰੀਤ ਬਾਦਲ ਪੀਪੀਪੀ ਭਗਵੰਤ ਮਾਨ ਦੇ ਨਾਲ ਦੋਨਾਂ ਨੇ ਪਾਰਟੀ ਚਲਾਈ, ਪੀਪਲਸ ਪਾਰਟੀ ਪੰਜਾਬ ਚੱਲ ਕੇ, ਤੇ ਕੀ ਗੱਲ ਕਰਦੇ ਸੀ ਭਗਵੰਤ ਮਾਨ ਤੇ ਮਨਪ੍ਰੀਤ, ਪੰਜਾਬ ਨੂੰ ਖੜਾ ਕਰਨਾ ਹੈ, ਤੁਹਾਡੇ ਬੱਚਿਆਂ ਦਾ ਭਵਿੱਖ, ਇਨਕਲਾਬ, ਉਹ ਕਰਕੇ ਭਗਵੰਤ ਮਾਨ ਪੱਗ ਪੁੱਗ ਬੰਨ ਕੇ, ਤਾਂ ਵੀ ਆਪਾਂ ਕਹਿੰਦੇ ਸੀ ਬੀ ਟੀਮ ਇੱਕ ਚਲੇ ਗਿਆ। ਕਾਂਗਰਸ 'ਚ 1 ਲੱਖ ਕਰੋੜ ਦਾ ਕਰਜ਼ਾ ਝਾੜਤਾ, ਇਹ ਪੰਜਾਬ ਨੂੰ ਇਹਨੇ ਖੜਾ ਕੀਤਾ ਮਨਪ੍ਰੀਤ ਨੇ। ਤੇ ਦੂਜਾ ਹੁਣ ਉਹ ਦੂਜਾ ਸ਼ਰਾਬੀ ਜਿਹੜਾ 15 ਲੱਖ ਲੋਕਾਂ ਦੀ ਵੋਟਾਂ ਦੇ ਨਾਲ ਜ਼ਿੰਮੇਵਾਰੀ ਲੈ ਕੇ ਪਾਰਲੀਮੈਂਟ ਜਾਂਦਾ ਹੈ, ਜਿਹਨੂੰ ਕਹਿੰਦੇ ਲੋਕਤੰਤਰ ਦਾ ਮੰਦਿਰ, 11 ਵਜੇ ਉੱਥੇ ਸ਼ਰਾਬ ਪੀ ਕੇ ਆਉਂਦਾ, ਜਿੱਥੇ ਸਾਰੇ ਆਸ-ਪਾਸ ਦੇ ਬੰਦੇ ਲਿਖ ਕੇ ਸਪੀਕਰ ਨੂੰ ਕਹਿੰਦੇ ਸਾਡੀ ਸੀਟ ਬਦਲੋ, ਜਿਹਨੂੰ ਇੱਕ ਪੂਰਾ ਸੈਸ਼ਨ ਬਾਹਰ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਹਨੀ ਸਿਕਿਉਰਿਟੀ ਦੀ ਇਹੋ ਜਿਹੀ ਧੱਜੀਆਂ ਉਡਾਈਆਂ। ਇਹ ਬੰਦਾ ਸੂਬੇ ਦੀ ਅਗਵਾਈ ਕਰੂਗਾ ਜਿਹੜਾ 15 ਲੱਖ ਦੀ ਅਗਵਾਈ ਕਰਨ 'ਚ ਇੰਨਾ ਫੇਲ ਹੋਇਆ। ਹੁਣ ਉਹ ਕਹਿੰਦਾ ਇੱਕ ਮੌਕਾ ਇਹਨੂੰ ਦੇ ਦਿਓ। ਸੋ ਇਹ ਛੋਟੀ ਚੀਜ਼ਾਂ ਨਹੀਂ ਹੈਗਾ ਕੋਈ ਅਗਵਾਈ ਕਰਨਾ। ਜਿਹੜਾ ਪਾਰਲੀਮੈਂਟਰੀ ਕਨਸਟੀਟਿਊਂਸੀ ਦੀ ਅਗਵਾਈ ਜ਼ਿੰਮੇਵਾਰੀ ਠੀਕ ਤਰ੍ਹਾਂ ਪਾਰਲੀਮੈਂਟ 'ਚ ਨਹੀਂ ਉਠਾ ਸਕਿਆ, ਇਹ ਸੂਬੇ ਦੀ ਅਗਵਾਈ ਕਰਨਗੇ। ਇਹ ਕੇਜਰੀਵਾਲ ਦੇ ਸਾਰੇ ਇਹ ਹੱਥਕੰਡੇ ਹੈਗੇ ਕਾਂਗਰਸ ਦੇ ਕਿ ਅੱਜ ਜਿਹੜੀ ਦੂਜੀ ਪਾਰਟੀਆਂ ਵੀ ਖੜੀ ਕੀਤੀਆਂ ਹੋਈਆਂ ਨੇ, ਇਹੋ ਜਿਹੇ ਬਥੇਰੇ ਫਸਲੀ ਬਟੇਰੇ ਆਉਂਦੇ ਨੇ। ਜਿਵੇਂ ਮੈਂ ਕਿਹਾ ਪੀਪੀਪੀ ਵੀ ਆਈ ਸੀ, ਹੁਣ ਵੀ ਇਹ ਕਾਂਗਰਸ ਵੱਲੋਂ ਖੜੇ ਕੀਤੇ ਗਏ ਨੇ ਇੱਕ ਹੀ ਨਿਸ਼ਾਨੇ ਦੇ ਨਾਲ, ਜਿਹੜੀ ਖੇਤਰੀ ਪਾਰਟੀ 100 ਸਾਲ ਪੁਰਾਣੀ ਪਾਰਟੀ, ਇਹਨੂੰ ਢਾਹ ਲਾਇਆ ਜਾਏ, ਇਹਦੀ ਵੋਟ ਬੈਂਕ ਕਿਵੇਂ ਡਿਵਾਈਡ ਕੀਤੀ ਜਾਏ। ਲੇਕਿਨ 100 ਸਾਲਾਂ ਤੋਂ ਬਥੇਰੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਕਰੀ ਜਾ ਰਹੇ। ਵਾਲੀ ਵਾਰਿਸ ਸਾਡਾ ਵਾਹਿਗੁਰੂ ਹੈਗਾ ਜਿਹਦੇ ਰਾਹ 'ਚ ਆਪਾਂ ਚੱਲਦੇ ਹਾਂ, ਮੇਰੀ ਪੀਰੀ ਦੇ ਮਾਲਿਕ ਦੇ ਰਾਹ 'ਚ ਚੱਲਦੇ ਹਾਂ। ਸੋ ਤਨਦੇਹੀ ਦੇ ਨਾਲ, ਇਮਾਨਦਾਰੀ ਦੇ ਨਾਲ, ਹਿੱਕ 'ਚ ਲੈ ਕੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਆ। ਬਾਦਲ ਸਾਹਿਬ ਨੇ 18 ਸਾਲ ਕਹਿਦਾ ਕੱਟੀਆਂ ਨੇ। ਹੁਣ ਵੀ ਮੈਂ ਕਹਿ ਸਕਦੇ ਕਿ ਕਿਸਾਨੀ ਮੁੱਦੇ 'ਚ ਆ ਦੋਨੋਂ ਪਾਰਟੀਆਂ ਬਾਹਰ ਭੱਜ ਗਈਆਂ ਸੀ, ਕਿਹਨੇ ਲੜਾਈ ਲੜੀ। ਸੋ ਲੜਦੇ ਰਹੇ ਆ ਤਾਂ ਲੜਦੇ ਰਵਾਂਗੇ, ਤੇ ਉਹ ਤਾਂ ਜਦ ਸੱਚੀ ਸੁੱਚੀ ਲੜਾਈ ਹੁੰਦੀ ਮਾਲਿਕ ਨਾਲ ਹੁੰਦਾ ਹੈ। ਤੁਹਾਡੀ ਤਾਕਤ ਤੇ ਤੁਹਾਡੀ ਕਮਜ਼ੋਰੀ ਕੀ ਹੈ? ਕਿਉਂਕਿ 2-3 ਮੁੱਦੇ ਤੁਹਾਡੇ ਖਿਲਾਫ ਅਕਸਰ ਉਠਾਏ ਜਾਂਦੇ ਨੇ। ਬੇਅਦਬੀ ਵਾਲਾ ਮਸਲਾ ਪਿਛਲੀ ਵਾਰ ਵੀ ਉਠਾਇਆ ਗਿਆ, ਇਤਕੀ ਵਾਰ ਵੀ ਉਠਾਇਆ ਜਾ ਰਿਹਾ। ਨਸ਼ੇ ਵਾਲੇ ਮਸਲੇ 'ਤੇ ਤੁਸੀਂ ਬੋਲਦੇ ਵੀ ਹੋ, ਖਾਸ ਤੌਰ 'ਤੇ ਆਪਣੇ ਭਰਾ ਲਈ ਤੁਸੀਂ ਬਹੁਤ ਵੱਡੀਆਂ ਗੱਲਾਂ ਕਹੀਆਂ। ਤੀਜਾ ਮਸਲਾ, ਜਦੋਂ ਤੁਸੀਂ ਰਿਜ਼ਾਈਨ ਕੀਤਾ, ਤੁਹਾਨੂੰ ਕਿਹਾ ਗਿਆ ਜੀ ਲੇਟ ਕੀਤਾ ਗਾ, ਇਹ ਕਾਂਗਰਸ ਕਦੇ ਸਵਾਲ ਉਠਾਉਂਦੀ ਹੈ, ਕਦੇ ਆਮ ਆਦਮੀ ਉਠਾਉਂਦੀ ਹੈ। ਸੋ ਮੈਂ ਤਿੰਨੋਂ ਗੱਲਾਂ ਦਾ ਜਵਾਬ ਦੇਵਾਂਗੀ। ਜਿਹੜੇ ਜਿਵੇਂ ਮੈਂ ਕਿਹਾ ਕਿ ਦੋਨਾਂ ਨੇ ਰਲੀ ਮਿਲੀ ਸਾਜ਼ਿਸ਼ ਦੇ ਤਹਿਤ ਬੇਅਦਬੀ ਤੇ ਇਹਦਾ ਮੁੱਦਾ, ਤੇ ਬੇਅਦਬੀ ਦਾ ਤਾਂ ਮੇਰਾ ਖਿਆਲ ਮਾਲਿਕ ਆਪ ਬਹੁਤ ਕੁਝ ਸਾਹਮਣੇ ਲੈ ਆਏ ਨੇ। ਮੈਂ ਤਾਂ ਆ ਵੀ ਕਹਿੰਦੀ ਹਾਂ 2014 'ਚ ਪੰਜਾਬ 'ਚ ਆਮ ਆਦਮੀ ਪਾਰਟੀ ਪੈਦਾ ਹੋਈ, ਤੇ 2015 'ਚ ਬੇਅਦਬੀ ਦੀ ਘਟਨਾ ਜਿਹੜੇ ਪੰਜਾਬ ਦੇ ਇਤਿਹਾਸ 'ਚ ਕਿਸੇ ਨੇ ਸੁਣਿਆ ਨਹੀਂ ਸੀ, 15 'ਚ ਵਾਪਰਦੀ ਹੈ। ਤੁਹਾਨੂੰ ਕੀ ਲੱਗਦਾ? ਮੇਰੇ ਹਿਸਾਬ ਨਾਲ ਬਿਲਕੁਲ ਕਲੀਅਰ ਹੈਗਾ। ਜਦ 20 ਬੰਦੇ
ਇਹਨਾਂ ਦੇ ਬਣ ਕੇ ਆਏ ਤਾਂ ਹੋਰ ਵਧੀਆਂ, ਕਈ 100 ਹੋ ਗਈਆਂ। ਤੇ ਮੈਂ ਆ ਵੀ ਕਹਿੰਦੀ ਹਾਂ ਕਿ ਜਿਵੇਂ ਇਹਨਾਂ ਦੋਨਾਂ ਨੇ ਰਾਜਨੀਤੀ ਖੇਡੀ ਉਹਦੇ ਉੱਤੇ, ਜਿਹਦੇ ਕਰਕੇ ਸਾਡੀ ਅਰਦਾਸੀ ਕੱਖ ਨਾ ਰਹੇ, ਜਿਨ੍ਹਾਂ ਨੇ ਕੀਤੀ ਹੈ ਤੇ ਜਿਨ੍ਹਾਂ ਨੇ ਸਿਆਸਤ ਖੇਡੀ ਹੈ, ਰਿਜ਼ਲਟ ਦੋਨਾਂ ਦਾ ਕੱਖ ਨਹੀਂ। ਦੇਖੋ ਵੀ ਸਾਰੀ ਪਾਰਟੀਆਂ ਦਾ ਕੱਖ ਕੀ ਰਹੂਗਾ। ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਖਿਲਾਫ ਤਾਂ ਜਿਹੜੇ ਇਹਨਾਂ ਨੇ ਸਾਜ਼ਿਸ਼ਾਂ ਲੜੀਆਂ ਸੀਗੀਆਂ, ਕੁੰਵਰ ਵਿਜੇ ਪ੍ਰਤਾਪ ਚਹਿਤਾ ਕਾਂਗਰਸ ਪਾਰਟੀ ਦਾ ਅਫਸਰ ਚੁਣਿਆ ਗਿਆ, ਅੱਜ ਕਿਹੜੀ ਪਾਰਟੀ 'ਚ ਵੜਿਆ ਹੋਇਆ। ਤੇ ਹਾਈ ਕੋਰਟ ਨੇ ਕੀ ਕਿਹਾ? ਹਾਈ ਕੋਰਟ ਅਸੀਂ ਤਾਂ ਨਹੀਂ ਕਲਵਾਇਆ ਨਾ, ਉਹਨਾਂ ਨੇ ਸਾਫ਼ ਕਰਤਾ ਕਿ ਕੀ ਇਹਨਾਂ ਨੇ ਬੇਅਦਬੀ ਦਾ 5 ਸਾਲਾਂ 'ਚ ਕੀ ਕੀਤਾ। ਤੇ ਜਿਹੜੇ ਕੈਮਰੇ 'ਚ ਕੈਦ ਸੱਚਖੰਡ ਸਾਹਿਬ 'ਚ ਹੁਣੇ ਲੋਕਾਂ ਦੇ ਅੱਖਾਂ ਦੇ ਸਾਹਮਣੇ ਹੋਈ, ਉਹਦਾ ਕੀ ਕੀਤਾ? ਅਸੀਂ ਜੈਮ ਕਰਤੇ ਸਾਰੇ ਰਸਤੇ, ਅਸੀਂ ਰੌਲਾ ਪਾਇਆ, ਅਸੀਂ ਕਿਹਾ ਕਿ ਸਾਡੀ ਮਦਦ ਲਓ, ਲੇਕਿਨ ਜਿੱਥੇ ਜਿਹਨੇ ਕਰਾਇਆ ਉਹਦੇ ਤਾਈਂ ਤੁਸੀਂ ਜਾ ਕੇ ਤਹਿ ਤਾਈਂ ਪਹੁੰਚੋ ਕਿ ਕਿਹਦੀ ਜ਼ਰੂਰਤ ਹੋ ਗਈ। ਤੇ ਕੀ ਕੀਤਾ ਇਹਨਾਂ ਨੇ? ਚੱਕੇ ਬੰਦੇ ਦਾ ਸੰਸਕਾਰ ਕਰਕੇ ਸਾਰੇ ਸਬੂਤ ਮਿਟਾਤੇ। ਤੇ ਇਹ ਅਸੀਂ ਜ਼ਿੰਮੇਵਾਰ ਹਾਂ ਕਿ ਆ ਜ਼ਿੰਮੇਵਾਰ ਨੇ? ਤੇ ਕਿਉਂ ਦੋਨੋਂ ਚੁੱਪ ਨੇ? ਦੂਜੀ ਗੱਲ, ਜਿੱਥੇ ਨਸ਼ਿਆਂ ਦੀ ਗੱਲ ਹੈਗੀ, ਜਿਨ੍ਹਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਦਸਮ ਪਿਤਾ ਦਾ ਨਾਂ ਲੈ ਕੇ ਤਖਤ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਕਾਂਗਰਸੀਆਂ ਨੇ ਸਹੁੰ ਖਾਧੀ ਸੀ ਕਿ 4 ਹਫ਼ਤਿਆਂ 'ਚ ਨਸ਼ੇ ਹਟਾ ਦੇਣਗੇ ਪੰਜਾਬ ਤੋਂ। 4 ਹਫ਼ਤੇ ਕੀ 5 ਸਾਲ ਨਿਕਲ ਗਏ। 5 ਗੁਣਾ ਨਸ਼ਾ ਗਲੀ ਗਲੀ 'ਚ ਹੋਮ ਡਿਲੀਵਰੀ ਤਾਂ ਇਹਨਾਂ ਨੇ ਪਹੁੰਚਾਤਾ। ਨਸ਼ਾ ਘਟਿਆ ਕਿ ਵਧਿਆ? ਇਹ 5 ਸਾਲ ਅਸੀਂ ਵੇਚਦੇ ਰਹੇ ਹਾਂ। ਹਕੀਕਤ ਹੈ ਕਿ ਇਹਨਾਂ ਨੇ ਵੇਚਿਆ, ਇਹਨਾਂ ਨੇ ਪੈਸੇ ਕਮਾਏ ਤੇ ਮਾਵਾਂ ਦੇ ਪੁੱਤਾਂ ਨੂੰ ਇਹਨਾਂ ਨੇ ਰੋਲਤਾ। ਵਿਰੋਧੀ ਧਿਰ ਨੇ ਕੀ ਕੀਤਾ? ਆਵਾਜ਼ ਚੱਕੀ ਕਿਸੇ ਨੇ? ਜਿਹਦੇ ਕਰਕੇ ਮੈਂ ਕਹਿੰਦੀ ਹਾਂ ਕਿ ਆ ਲੈਣ ਦਿਓ ਤੁਹਾਡੀ ਆਪਣੀ ਸਰਕਾਰ। 5 ਸਾਲ ਬਾਅਦ ਜਾਂ ਸ਼੍ਰੋਮਣੀ ਅਕਾਲੀ ਦਲ ਹੋਊਗਾ ਜਾਂ ਨਸ਼ਾ ਰਹੂਗਾ, ਜੜੋਂ ਪੱਟ ਕੇ ਬਾਹਰ ਕੱਢਾਂਗੇ। ਜਿਹੜੇ ਖੁੰਝੇ 'ਚ ਜਾ ਕੇ ਲੁਕਣਗੇ, ਜਿੰਨਾ ਵੱਡਾ ਲੀਡਰ ਹੋਏ, ਪੁਲਿਸ ਅਫਸਰ ਹੋਏ, ਲੱਭ ਕੇ ਲਾ ਕੇ ਪੁੱਠਾ ਟੰਗ ਕੇ ਬੰਦੀ ਹੋਈ ਇਹੋ ਜਿਹੀ ਸਜ਼ਾ ਦੇਵਾਂਗੇ ਕਿ ਕਿਸੇ ਦੇ ਮਾਏ ਦੇ ਲਾਲ ਨੂੰ ਹਿੰਮਤ ਨਹੀਂ ਹੋਗੀ ਕਿ ਜਾ ਕੇ ਗਲੀਆਂ 'ਚ ਨਸ਼ਾ ਵੇਚ ਕੇ ਮਾਵਾਂ ਦੇ ਪੁੱਤਾਂ ਦਾ ਹਾਲ ਕਰੇ। ਤੁਹਾਡੇ ਭਰਾ ਨੂੰ ਵੀ ਟਾਰਗੇਟ ਕੀਤਾ ਤੀਜੀ ਗੱਲ ਤੇ ਆਜੋ ਫਿਰ ਮੈਂ ਕਾਊਂਟਰ ਸਵਾਲ ਕਰਦਾ। ਤੀਜੀ ਗੱਲ ਜਿਹੜਾ ਮੇਰੇ ਤੋਂ ਸਵਾਲ ਪੁੱਛਦੇ ਨੇ ਕੀ ਰਿਜ਼ਾਈਨ ਤੁਸੀਂ ਲੇਟ ਕੀਤਾਗਾ? ਹੁਣ ਲੇਟ, ਪਹਿਲੀ ਗੱਲ ਤਾਂ ਲੇਟ ਕੀ ਚੀਜ਼ ਹੁੰਦਾ ਹੈ? ਮੈਂ ਇੱਕ ਸਰਕਾਰ ਦਾ ਹਿੱਸਾ ਹਾਂ ਆਪਣੇ ਸੂਬੇ ਦੀ ਹਿਫਾਜ਼ਤ ਵਾਸਤੇ। ਜਦ ਕੋਈ ਇਹੋ ਜਿਹਾ ਕਾਨੂੰਨ ਦੀ ਗੱਲ ਮੇਰੇ ਸਾਹਮਣੇ ਆਉਂਦੀ ਹੈ, ਮੈਂ ਉਹਦੀ ਲੜਾਈ ਲੜਦੀ ਹਾਂ। ਮੈਨੂੰ ਵਿਸ਼ਵਾਸ ਦਿਲਾਇਆ ਜਾਂਦਾ ਹੈ ਕੋਈ ਗੱਲ ਨਹੀਂ, ਜਦੋਂ ਤਾਈਂ ਕਾਨੂੰਨ ਬਣੂਗਾ ਅਸੀਂ ਸਾਰਾ ਕੁਝ ਕਰ ਲਾਂਗੇ। ਤਾਂ ਮੈਂ ਕਿਸ ਹਿਸਾਬ ਨਾਲ ਕਹਾਂ ਕਿ ਮੈਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਹੈ? ਜਦ ਇੰਪਲੀਮੈਂਟ ਹੁੰਦਾ, ਜਦ ਕਾਨੂੰਨ ਬਣਦਾ ਹੈ ਨਾ, ਕਾਨੂੰਨ ਬਣਦਾ ਸ਼ਰੇਆਮ ਦੁਨੀਆ ਦੇ ਸਾਹਮਣੇ ਉਹਦੇ ਮੂੰਹ ਤੇ ਸਿੱਟ ਕੇ ਆਪਦਾ ਅਸਤੀਫਾ। ਤੇ ਜਿਹੜਾ ਮੈਂ ਕਹਿੰਦੀ ਰਹੀ ਕਿ ਰਲਿਆ ਮਿਲਿਆ ਕੈਪਟਨ ਸੀਗਾ, ਜਦ ਉਹ ਮੁੱਖ ਮੰਤਰੀਆਂ ਦੀ ਕਮੇਟੀ ਬਣੀ ਸੀਗੀ ਸਾਲ ਪਹਿਲੇ, ਜਿੱਥੇ ਮਨਪ੍ਰੀਤ ਬਾਦਲ ਜਾਂਦਾ ਰਿਹਾ, ਅਮਰਿੰਦਰ ਸਿੰਘ ਜਾਂਦਾ ਰਿਹਾ, ਜਿਨ੍ਹਾਂ ਨੂੰ ਇਹ ਸਾਰੇ ਚੀਜ਼ ਬਾਰੇ ਪਤਾ ਸੀ। ਮੈਨੂੰ ਤਾਂ ਜਦ ਕੈਬਨਿਟ ਮੀਟਿੰਗ ਦੇ ਵਿੱਚ ਕਾਗਜ਼ ਆਏ ਤਾਂ ਮੈਨੂੰ ਪਤਾ ਲੱਗਿਆ। ਇਹਨਾਂ ਨੂੰ ਤਾਂ ਸਾਲ ਭਰ ਦਾ ਇਹਨਾਂ ਨੇ ਭਾਪ ਨਹੀਂ ਕੱਢੀ, ਨਾ ਹੀ ਉਹਦਾ ਵਿਰੋਧ ਕੀਤਾ। ਤੇ ਹੁਣ ਤਾਂ ਸ਼ਰੇਆਮ ਜਦੋਂ ਉਹਨਾਂ ਦੇ ਗੋਦ ਵਿੱਚ ਜਾ ਕੇ ਕੈਪਟਨ ਬਹਿ ਗਿਆ ਤੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਇਹਨਾਂ ਨੇ ਮੇਰਾ ਬੜਾ ਪੁਰਾਣਾ ਸਾਥ ਦਿਆ ਹੈ, ਤਾਂ ਅੱਜ ਕੋਈ ਮੂੰਹ ਕਿਉਂ ਨਹੀਂ ਖੋਲ ਰਿਹਾ ਹੈ? ਉਹ ਅਜੇ ਵੀ ਸਵਾਲ ਮੈਨੂੰ ਪੁੱਛ ਰਹੇ ਨੇ। ਜਿਨੇ ਆਪਣੇ 4 ਸਾਲ ਦਾ ਅਹੁਦਾ ਛੱਡਿਆ, ਜਿਨ੍ਹਾਂ ਨੇ ਆਪਣਾ ਗਠਬੰਧਨ ਤੋੜਿਆ, ਉਹ ਸਵਾਲ ਸਾਨੂੰ ਪੁੱਛ ਰਹੇ ਨੇ। ਮੈਂ ਦੇਰ ਕੀਤੀ, ਦੇਰ ਤਾਂ ਉਹਨਾਂ ਨੇ ਕਰ ਦਿੱਤੀ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਹੱਕਾਂ ਨੂੰ ਵੇਚਤਾ। ਤੇ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਦੇ ਖਿਲਾਫ ਮੂੰਹ ਨਹੀਂ ਖੋਲਿਆ, ਬਲਕਿ ਸਾਰਿਆਂ ਨੇ ਵਾਕਆਊਟ ਕਰਕੇ ਉਹ ਬਿੱਲ ਨੂੰ ਪਾਸ ਹੋਣ 'ਚ ਮਦਦ ਕੀਤੀ। 2 ਵੋਟਾਂ ਉਲਟ ਗਈਆਂ, ਬਾਕੀ ਤਾਂ ਤੁਰ ਗਏ ਬਾਹਰ। ਸੋ ਇਹ ਜਿਹੜੇ ਸਵਾਲ ਜਵਾਬ ਉਠਾਉਂਦੇ, ਜਿਵੇਂ ਮੈਂ ਕਹਿੰਦੀ ਹਾਂ ਕਿ ਅਸੀਂ ਹਿੱਕ ਠੋਕ ਕੇ ਕਹਿੰਦੇ ਹਾਂ ਕਿ ਪੰਜਾਬ ਦੀ ਹੱਕਾਂ ਦੀ ਰਾਖੀ ਕੀਤੀ ਹੈ। ਇਹਨਾਂ ਦਾ ਦੁਸ਼ਟ ਪ੍ਰਚਾਰ, ਹਜ਼ਾਰਾਂ ਕਰੋੜ ਇਹਨਾਂ ਦੇ ਕੋਲ ਪ੍ਰਚਾਰ ਦਾ ਮੀਡੀਆ ਵਾਸਤੇ ਹੁੰਦਾ ਹੈ, ਕਰੀ ਚੱਲਣ ਜੋ ਕਰਦੇ ਨੇ ਲੋਕੀ ਸਮਝ ਜਾਂਦੇ। ਤੁਹਾਨੂੰ ਕੀ ਲੱਗਦਾ ਹੈ ਜਦੋਂ, ਕਿਉਂਕਿ ਖਾਸ ਤੌਰ ਤੇ ਤੁਹਾਡੇ ਭਰਾ ਨੂੰ ਜਦੋਂ ਕੇਸ ਕੀਤਾ ਗਿਆ, ਤੁਸੀਂ ਕਿਹਾ ਟਾਰਗੇਟ ਕੀਤਾ ਗਿਆ, ਉਹਨਾਂ ਨੇ ਕਿਹਾ ਬਿਲਕੁਲ ਅਸੀਂ ਮੈਰਿਟ ਦੇ ਉੱਤੇ ਕੀਤਾ, ਹੁਣ ਸਰੈਂਡਰ ਕਰਨ ਨੂੰ ਕਹਿ ਰਹੀ ਹੈ ਸੁਪਰੀਮ ਕੋਰਟ, ਕਿਵੇਂ ਦੇਖਦੇ ਹੋ ਤੁਸੀਂ? ਬੜੇ ਮੈਰਿਟ 'ਚ ਕੀਤਾ ਤਾਂ ਫਿਰ 5 ਸਾਲ ਕਿਉਂ ਲਗਾਤੇ? ਤੁਹਾਡੇ ਅਖੀਰਲੀ ਪੂੰਛ ਵੀ ਨਹੀਂ ਰਹਿ ਗਈ, ਪੂੰਛ ਦੀ ਵੀ ਕੰਨੀ ਜੀ ਰਹਿ ਗਈ ਹੈ। ਤੁਹਾਨੂੰ 3 DGP ਬਦਲਨੇ ਪਏ, ਪਤਾ ਨਹੀਂ ਕਿੰਨੇ SSP, ਉਹ ਬਿਊਰੋ ਆਫ ਇਨਵੈਸਟੀਗੇਸ਼ਨ, ਸਾਰੇ ਬੰਦੇ ਨਾ ਕਰਦੇ ਰਹੇ ਕਿ ਹੋ ਹੀ ਨਹੀਂ ਸਕਦਾ, ਹੈ ਹੀ ਨਹੀਂ ਕੁਛ। ਲੇਕਿਨ 20 ਦਿਨਾਂ ਵਾਸਤੇ ਇੱਕ DGP ਲਾ ਕੇ, ਜਿਹੜਾ DGP ਬਣਨ ਲਾਇਕ ਨਹੀਂ ਸੀਗਾ, ਜਿਹਨੂੰ UPSC ਨੇ ਨਕਾਰਿਆ ਹੈਗਾ, ਜਿਹਨੂੰ ਸੁਪਰੀਮ ਕੋਰਟ ਨੇ ਕਿਹਾ ਕਿਸੇ ਲਾਇਕ ਨਹੀਂ, ਉਹ ਤਾਂ ਦੇਖ ਹੀ ਲਿੱਤਾ ਉਸ ਬੰਦੇ ਦੇ ਹੁੰਦੇ ਹੁੰਦੇ ਦਰਬਾਰ ਸਾਹਿਬ 'ਚ ਕਿਹੋ ਜਿਹੀ ਹੋਈ ਹਰਕਤ ਹੋਈ, ਬੰਬ ਬਲਾਸਟ ਹੋਇਆ, ਪ੍ਰਧਾਨ ਮੰਤਰੀ ਦਾ ਪ੍ਰੋਗਰਾਮ 20 ਦਿਨਾਂ ਤੇ ਆ ਸਾਰੇ ਕੁਝ ਚੰਦ ਚਾੜ ਗਿਆ। ਇੰਨਾ ਲਾਇਕ ਬੰਦਾ ਸੀਗਾ, ਪਰ ਉਹਨੂੰ ਸਿਰਫ ਚਹਤੇ ਨੂੰ, ਸਿੱਧੂ ਸਾਹਿਬ ਦੇ ਚਹਤੇ ਨੂੰ, ਸੁਖੀ ਰੰਧਾਵੇ ਦੇ ਚਹਤੇ ਨੂੰ ਬਿਠਾਇਆ ਕਿ ਜਿਹੜਾ ਬੰਦਾ ਵਿਕਰਮ ਦੇ ਖਿਲਾਫ ਪਰਚਾ ਦਰਜ ਕਰੂਗਾ ਉਹਨੂੰ DGP ਬਣਾ ਦਾਂਗੇ। ਸੋ ਇਹ ਇਹਨਾਂ ਦੀ ਸਿਆਸੀ ਰਾਜਨੀਤੀ ਇੱਕ ਵਾਰ ਫੇਰ ਇਹਨਾਂ ਵੋਟਾਂ 'ਚ ਲੈ ਕੇ ਜਾਈਏ, ਜਾਂ ਨਸ਼ੇ ਵਾਲੀ ਜਾਂ ਬੇਅਦਬੀ ਵਾਲੇ, ਇਹਨਾਂ ਨੇ ਕੋਸ਼ਿਸ਼ਾਂ ਸਾਰੀ ਕਰ ਲਿੱਤੀਆਂ, ਲੇਕਿਨ ਇਹਨਾਂ ਸਭ ਦੇ ਉੱਤੇ ਵਾਹਿਗੁਰੂ ਬੈਠੇ।
ਪੰਜਾਬ ਦੇ ਅੰਦਰ ਜਦੋਂ ਤੁਸੀਂ ਵੱਖ-ਵੱਖ ਬਿਆਨ ਦਿੰਦੇ ਹੋਗੇ ਤਾਂ ਦੂਜੇ ਪਾਸਿਓਂ ਵੀ ਕਾਊਂਟਰ ਬਿਆਨ ਆਉਂਦੇ ਨੇ। ਖਾਸ ਤੌਰ ਤੇ ਪਿਛਲੇ ਦਿਨੀ ਰਾਜਾ ਵੜਿੰਗ ਨੇ ਇੱਕ ਇੰਟਰਵਿਊ 'ਚ ਕਿਹਾ ਜੀ ਮੇਰਾ ਕਤਲ ਕਰਵਾਉਣਾ ਚਾਹੁੰਦਾ ਬਾਦਲ ਪਰਿਵਾਰ। ਉਹਨਾਂ ਨੇ, ਮੈਂ ਹਰਸਵੀਰ ਜੀ ਤੋਂ ਪੁੱਛਿਆ ਸੀ ਕਿ ਮਨਪ੍ਰੀਤ ਬਾਦਲ ਦੀ ਮਦਦ ਕਰ ਰਿਹਾ ਬਾਦਲ ਪਰਿਵਾਰ, ਗਿੱਦੜਬਾਹੇ 'ਚ ਮੈਨੂੰ ਹਰਾਉਣਗੇ, ਮਨਪ੍ਰੀਤ ਇੱਧਰ ਰਲ ਗਿਆ, ਉਧਰ ਮਨਪ੍ਰੀਤ ਨਾਲ ਇਹ ਰਲ ਗਏ। ਸੁਖਬੀਰ ਜੀ ਤੋਂ ਵੀ ਇਹ ਸਵਾਲ ਪੁੱਛਿਆ ਸੀ। ਫੁਕਰਾ ਬੰਦਾ, ਹਲਕਾ ਬੰਦਾ, ਉਹਦੇ ਬਾਰੇ ਕੀ ਕਰੀਏ। ਬਠਿੰਡੇ ਤੋਂ ਹਾਰ ਗਿਆ ਸੀ, ਲੋਕਾਂ ਨੇ ਉੱਥੇ ਆ ਕੇ ਬੜੀ ਵੱਡੀ ਮਾਰਦਾ ਸੀ ਡਿੰਗਾ ਜਾ ਤੇ ਆਪਣਾ ਗੁੰਡਾਗਰਦੀ ਦਿਖਾਉਂਦਾ ਸੀ। ਬਠਿੰਡੇ ਹਲਕੇ ਦੇ ਲੋਕਾਂ ਨੇ ਇਹਦਾ ਬੋਰੀਆ ਬੁਸਰਾ ਗੁੱਲ ਕਰਕੇ ਵਾਪਸ ਭੇਜਦਾ। ਉਹਦਾ ਬਦਲਾ ਤੇ ਕੱਢਣ ਨੂੰ ਬੈਠਦਾ। ਬਦਲਾ ਨਹੀਂ, ਉਲਟਾ ਕਹਿ ਰਿਹਾ ਕਿ ਤੁਸੀਂ ਕਤਲ, ਕਹਿੰਦਾ ਮੇਰਾ ਤਾਂ ਕਤਲ ਕਰਵਾਉਣ ਨੂੰ ਫਿਰਦੇ ਆ ਸਾਰੇ ਬਾਦਲ ਰਲ ਕੇ। ਜਦ ਬਾਦਲ ਨੂੰ ਵਿੱਚ ਕਿਹਾ, ਜਦ ਪਾਰਲੀਮੈਂਟਰੀ ਚੋਣ ਲੜਨ ਆਇਆ ਸੀ ਨਾ, ਤਾਂ ਪੂਰੇ ਗੁੰਡੇਗਰਦੀ ਦੇ ਨਾਲ ਪ੍ਰਸ਼ਾਸਨ ਦਾ ਜ਼ੋਰ ਲਾ ਕੇ, ਕੈਨ ਯੂ ਇਮੇਜਿਨ ਕਰੋ ਤੁਸੀਂ, ਮੈਂ ਤਾਂ 10-12 ਸਾਲ ਮੈਨੂੰ ਹੋਏ ਨੇ, ਮੇਰੇ ਤੋਂ ਹੋਰ ਜ਼ਿਆਦਾ ਤਜਰਬੇਦਾਰ ਹੋਣਗੇ। ਪ੍ਰਚਾਰ ਦੇ ਵੇਲੇ ਮੇਰੇ ਪ੍ਰੋਗਰਾਮਾਂ 'ਚ ਕਦੇ ਸ਼ਰਾਬੀ ਕੋਈ, ਤੁਸੀਂ ਮੈਸਰ ਖਾਨਾ ਮੇਰਾ ਇੱਕ ਪਿੰਡ ਜਿੱਥੇ ਮੈਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾ ਸਕਿਆ ਪ੍ਰਚਾਰ ਵਾਸਤੇ, ਮਤਲਬ ਇੰਨੀ ਗੁੰਡਾਗਰਦੀ। ਬੰਦੇ ਚੱਕ ਲੋ ਰਾਤ ਨੂੰ, ਘਰੋਂ ਪਰਚੇ ਕਰ ਦੋ, ਹਰ ਤਰ੍ਹਾਂ ਦਾ ਦਹਿਸ਼ਤ ਇਹਨੇ ਅਪਣਾਇਆ। ਉਹਦੇ ਬਾਅਦ ਵੀ ਲੋਕਾਂ ਨੇ ਜਦ ਨਕਾਰਤਾ ਤੇ ਸੜਿਆ ਤਾਂ ਹੋਇਆ ਸੀਗਾ। 3 ਦਿਨਾਂ ਤੇ 100 ਦਿਨਾਂ ਦੀ ਇਹਨੂੰ ਮੰਤਰੀ ਦਾ ਦਾਅ ਲੱਗ ਗਿਆ। ਬਸ ਇਹਨੇ, ਤੂੰ ਪੂਰਾ ਬਠਿੰਡੇ ਹਲਕੇ 'ਚ ਵੋਟਾਂ ਲੈ ਕੇ ਆਇਆ, ਇੰਨੇ ਸਾਰੇ ਪਿੰਡ ਜਿੱਥੇ ਬੱਸ ਨਹੀਂ ਜਾਂਦੀ ਸੀ, ਤੈਨੂੰ ਮੌਕਾ ਮਿਲਿਆ, ਤੂੰ ਕਿਸੇ ਦਾ ਲੋਕਾਂ ਦਾ ਕੋਈ ਭਲਾ ਕਰ ਦਿੰਦਾ, ਬੱਸ ਚਲਾ ਦੇਣਾ। ਜੀ ਇਹਨੂੰ ਤਾਂ ਇੱਕ ਹੀ ਸੀਗਾ, ਬਾਦਲਾਂ ਦੀ ਬੱਸਾਂ ਰੋਕਦਾ। ਉਹ ਕਹਿੰਦਾ ਮੇਰੇ ਤੇ ਤਾਂ ਹੀ ਗੁੱਸਾ ਇਹਨਾਂ ਨੂੰ, ਕਿਉਂਕਿ ਮੈਂ ਬੱਸਾਂ ਤੇ ਕਾਰਵਾਈ ਕੀਤੀ। ਫੁਕਰੇ ਬੰਦੇ ਕੀ ਚਾਹ ਪੂਰਾ ਕਰਨਾ ਸੀ, ਉਹਨੇ ਕਰ ਲਿਆ, ਹੁਣ ਆਪਣੇ ਕੀਤੇ ਦਾ ਭੁਗਤੂਗਾ। ਤੁਹਾਡੇ ਭਰਜਾਈ ਚੋਣ ਲੜ ਰਹੇ ਨੇ ਇਸ ਵਾਰ, ਕਿਵੇਂ, ਮਤਲਬ ਕਦੇ ਸੋਚਿਆ ਸੀ, ਕਦੇ ਉਹਨਾਂ ਨਾਲ ਕਦੇ ਪੋਲੀਟੀਕਲ ਗੱਲਾਂ ਹੁੰਦੀਆਂ, ਉਹਨਾਂ ਦੀ ਪੋਲੀਟੀਕਲ ਟ੍ਰੇਨਿੰਗ ਤੁਸੀਂ ਕੀਤੀ ਹੈਗੀ? ਐਕਚੁਅਲੀ ਜਦ ਉਹਦਾ ਵਿਆਹ ਹੋਇਆ ਸੀ ਨਾ, ਮੈਨੂੰ ਕਦੋਂ ਅੰਦਰੋਂ ਕੋਈ ਆਵਾਜ਼ ਜੀ ਆਉਂਦੀ, ਤਾਂ ਮੈਨੂੰ ਇਹ ਹਮੇਸ਼ਾ ਆਵਾਜ਼ ਆਉਂਦੀ ਸੀਗੀ ਕਿ ਸ਼ੀ ਵਿਲ ਫੋਲੋ ਮਾਈ ਫੁੱਟਸਟੈਪਸ। ਔਰ ਮੈਨੂੰ ਕਦੇ ਸਮਝ ਨਹੀਂ ਆਉਂਦੀ ਸੀ ਕਿ ਇਹਦਾ ਕੀ ਮਤਲਬ ਹੋਇਆ ਇਹਨਾਂ ਇਲੈਕਸ਼ਨਾਂ 'ਚ। ਕਿਉਂਕਿ ਆਈ ਕਾਲ ਮਾਈ ਸੈਲਫ ਅ ਪੋਲੀਟੀਸ਼ੀਅਨ ਬਾਈ ਡਿਫਾਲਟ, ਬਾਈ ਡੈਸਟਨੀ। ਮੇਰਾ ਵੀ ਕੋਈ ਇਲੈਕਸ਼ਨਾਂ 'ਚ, ਮੈਂ ਕਿਵੇਂ ਇਲੈਕਸ਼ਨ 'ਚ ਆਈ? ਜਦੋਂ ਅਮਰਿੰਦਰ ਸਿੰਘ ਨੇ ਬੜਕਾ ਮਾਰਿਆ ਬਾਦਲਾਂ ਨੂੰ ਕਿ ਮੈਂ ਆਪਣੇ ਮੁੰਡੇ ਨੂੰ ਭੇਜ ਰਿਹਾ, ਕਿਸੇ ਵਰਕਰ ਨੂੰ ਬਲੀ ਦਾ ਬੱਕਰਾ ਨਾ ਬਣਾਣਾ, ਹਿੰਮਤ ਹੈ ਤਾਂ ਆਪਦਾ ਪਰਿਵਾਰ ਦਾ ਮੈਂਬਰ ਭੇਜੋ। ਤਾਂ ਪਰਿਵਾਰ ਦਾ ਮੈਂਬਰ ਬੱਚੀ ਮੈਂ ਸੀ, ਤਾਂ ਮੈਨੂੰ ਧੱਕਤਾ ਗਿਆ। ਦੈਟਸ ਹਾਊ ਮੈਂ ਪੋਲੀਟਿਕਸ 'ਚ ਆਈ। ਅਤੇ ਉਹ ਵਿਚਾਰੀ ਗੁਨੀਵ ਵੀ ਆਪਦੇ ਬੱਚਿਆਂ ਨੂੰ ਸਾਂਭ ਰਹੀ ਸੀ, ਅਤੇ ਉਹ ਵਿਚਾਰੀ ਸਾਂਭਦੀ ਜਦ ਬਿਕਰਮ ਨੇ ਕਿਹਾ, ਉਹ ਸ਼ੀ ਥੋਟ ਹੀ ਇਜ਼ ਜੋਕਿੰਗ। ਤਾਂ ਉਹਦਾ ਵੀ ਫਰਕ ਸਿਰਫ ਇੰਨਾ, ਮੇਰਾ ਬੇਟਾ 4 ਸਾਲ ਦਾ ਸੀ, ਇਹਦਾ ਛੋਟਾ ਬੇਟਾ 7 ਸਾਲ ਦਾ, ਪਰ ਸੇਮ ਲਾਈਨ। ਸੋ ਹਾਂ, ਕਦੇ ਰਜ਼ਾ ਰੱਬ ਦੀ ਜਿਹੜੀ ਹੁੰਦੀ ਹੈ ਉਹ ਕੁਝ ਹੋਰ ਹੁੰਦੀ ਹੈ, ਬੰਦਾ ਸੋਚ ਵੀ ਨਹੀਂ ਸਕਦਾ ਕੀ ਹੈਗੀ। ਤੁਸੀਂ ਕੰਪੇਨ ਕਰਕੇ ਆਏ ਹੋ, ਤੁਸੀਂ ਮਤਲਬ ਜਾਂ ਗੱਲਬਾਤ ਤੁਹਾਡੀ ਰੈਗੂਲਰ ਹੁੰਦੀ ਰਹਿੰਦੀ ਹੈ? ਕਿੱਥੇ, ਮੈਂ ਕਹਿੰਦਾ ਕਿ ਪੋਲੀਟੀਕਲੀ ਟ੍ਰੇਨਡ ਤੁਸੀਂ ਕਰਦੇ ਹੋ? ਨਹੀਂ, ਵਿਕਰਮ ਆਪਣੇ ਆਪ 'ਚ ਹੀ ਸਭ ਤੋਂ ਵਧੀਆ ਟ੍ਰੇਨਡ ਖੁਦ ਹੈ, ਕਿਸੇ ਨੂੰ ਟ੍ਰੇਨ ਨਹੀਂ। ਫਿਰ ਵੀ ਗੱਲ ਤਾਂ ਦੇਖੋ, ਆਪਸ 'ਚ ਇੱਕ ਪੋਲੀਟਿਕਸ ਇੱਕਦਮ ਆ ਜਾਣਾ ਉਹ ਵੱਖਰੀ ਗੱਲ ਆ ਕਿ ਤੁਹਾਡੇ ਪਰਿਵਾਰ 'ਚ ਸਿਆਸਤ ਦੀਆਂ ਗੱਲਾਂ ਹੁੰਦੀਆਂ ਨੇ, ਬੱਚੇ ਵੀ ਸਿੱਖ ਜਾਂਦੇ ਨੇ, ਪਰ ਇੱਕ ਤਾਂ ਹੁੰਦਾ ਨਾ ਤੁਸੀਂ ਜਾ ਕੇ ਉਦੋਂ ਲੋਕਾਂ 'ਚ ਬੋਲਣਾਗਾ। ਨਹੀਂ, ਉਹ ਕੀ ਤਾਂ ਬੋਲਣਾ, ਕੀ ਨਹੀਂ ਬੋਲਣਾ, ਮੀਡੀਆ 'ਚ ਕੀ ਬੋਲਣਾ, ਕੀ ਨਹੀਂ ਬੋਲਣਾ, ਪਹਿਲੇ ਤਾਂ ਕਦੇ ਇਹੋ ਜਿਹੀ ਗੱਲ ਨਹੀਂ ਸੀਗੀਆਂ। ਲੇਕਿਨ ਹਾਂ, ਜਦੋਂ ਕੈਂਡੀਡੇਟ ਬਣੀ ਫਿਰ ਮੈਂ ਰੈਗੂਲਰਲੀ ਉਹਨੂੰ ਮੈਸੇਜ, ਪਹਿਲੇ ਕੁਝ ਦਿਨਾਂ 'ਚ ਛੇਤੀ ਸਿੱਖ ਗਈ, ਪਹਿਲੇ 2-4 ਦਿਨਾਂ 'ਚ ਮੈਂ ਉਹਨੂੰ ਭੇਜਦੀ ਰਹੀ ਮੈਸੇਜਸ, ਮੈਂ ਤੇਰਾ ਆ ਦੇਖਿਆ, ਇਹ ਬੋਲਣਾ, ਇਹ ਨਹੀਂ ਕਰਨਾ, ਇਸ ਤਰ੍ਹਾਂ ਐ ਕਰਨਾ ਹੈਗਾ। ਤਾਂ ਉਹ ਮੈਸੇਜਸ ਮੈਂ ਉਹਨੂੰ ਭੇਜਦੀ ਰਹਿੰਦੀ ਸੀ। ਜਦੋਂ ਵੀ ਮੈਨੂੰ ਟਾਈਮ ਮਿਲਦਾ ਸੀ ਉਹਦਾ ਕੋਈ ਇੰਟਰਵਿਊ ਦੇਖਣ ਵਾਸਤੇ, ਤਾਂ ਉਹ ਟਿਪਸ ਆਪਣੇ ਭੇਜੀ ਜਾਂਦੀ ਸੀ ਉਹਨੂੰ। ਪਰ ਉਹ ਸ਼ੀ ਇਜ਼ ਅ ਕੁਇਕ ਲਰਨਰ, ਆਈ ਥਿੰਕ ਬਾਕੀ ਬਿਕਰਮ ਚੰਗੀ ਤਰ੍ਹਾਂ ਸਿਖਾ ਦਿੰਦਾ, ਬਹੁਤ ਵਧੀਆ ਹੈਂਡਲ ਕਰ ਰਹੇ ਨੇ। ਭਗਵੰਤ ਮਾਨ ਸਟੇਟਮੈਂਟ ਦਿੰਦੇ ਨੇ, ਕਹਿੰਦੇ ਬਾਦਲ ਪਰਿਵਾਰ ਦੇ 5 ਮੈਂਬਰ ਲੜ ਰਹੇ ਨੇ, 5 ਹਾਰਨਗੇ, ਵਿੱਚ ਹੀ ਉਹ ਦੇਸ਼ ਪ੍ਰਤਾਪ ਕੈਰੋਂ ਨੂੰ ਜੋੜਦੇ ਨੇ। ਉਹਦੇ ਕੋਲ ਜੇ ਹਿੰਮਤ ਸੀ ਨਾ, ਤਾਂ ਪਿਛਲੀ ਵਾਰੀ ਜਲਾਲਾਬਾਦ ਤੋਂ ਜਾ ਕੇ ਲੜਿਆ ਸੀ, ਹੁਣ ਕਾਹਨੂੰ ਭੱਜ ਗਿਆ? ਉਹ ਹੀ ਦੱਸ ਦੇ। ਜੇ ਹਿੰਮਤ ਹੈਗੀ ਬੰਦੇ ਦੇ ਲੱਤਾਂ ਜੇ ਚੱਲ ਸਕਦੀਆਂ, ਉੱਥੇ ਜਾ। ਕੱਲ ਕੇਜਰੀਵਾਲ ਮੈਨੂੰ ਇਹ ਦੱਸ ਦੇ, ਇਹ ਸ਼ਰਾਬੀ, ਕਿ ਜਦ ਕੇਜਰੀਵਾਲ ਨੇ ਜਿਹੜਾ ਹਲਫਨਾਮਾ ਫਾਈਲ ਕੀਤਾ ਨਾ, ਪੰਜਾਬ ਦਾ ਪਾਣੀ ਦਿੱਲੀ ਨੂੰ ਚਾਹੀਦਾ ਹੈਗਾ ਤੇ ਪੰਜਾਬ ਦੇ ਥਰਮਲ ਬੰਦ ਕੀਤੇ ਜਾਣ, ਤੇ ਕੱਲ ਜਿਵੇਂ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਕਿਹਾ ਸੀ ਤੂੰ ਸਾਈਨ ਕਰ ਨਹੀਂ ਤਾਂ ਤੇਰੀ ਕੁਰਸੀ ਗਈ, ਜਦ ਇਹਨੂੰ ਦਬਕਾ ਮਾਰਿਆ। ਇੰਟਰਵਿਊ 'ਚ ਦੇਖਿਆ, ਤੁਹਾਡੀ ਇੰਟਰਵਿਊ 'ਚ ਬੋਲਣ ਦੇ ਐ ਮਾਈਕ ਫੜ ਕੇ ਖੜਿਆ ਰਹਿੰਦਾ ਕਿ ਕੋਈ ਮੌਕਾ ਮਿਲੇ ਮੈਂ ਚੀਜ਼ ਬੋਲਦਾ, ਐ ਡਰ ਕੇ ਬੋਲਦਾ ਹੈਗਾ। ਤੇ ਇਹਨੂੰ ਇੱਕ ਦਬਕਾ ਮਾਰ ਕੇ ਬੋਲਿਆ ਫਾਈਲ ਸਾਈਨ ਕਰ, ਅਗਲਾ ਤਰੀਕ ਲੱਗੂਗੀ। ਇਹਦੀ ਹਿੰਮਤ ਹੋ ਗਈ ਕਿ ਇਹ ਮਾਰਾ 'ਚ ਹਿਲਾ ਕੇ ਨਾ ਵੀ ਕਰਦੇ, ਚੱਕ ਕੇ ਪਾਸੇ ਮਾਰੂਗਾ। ਭਗਵੰਤ ਮਾਨ ਨੂੰ ਪਤਾ ਵੀ ਨਹੀਂ ਹੋਊਗਾ ਕਿ ਮੈਨੂੰ ਕਿਹਨੇ ਕੱਢਿਆ। ਅੱਜ ਪ੍ਰੋਫੈਸਰ ਭੁੱਲਰ ਦੀ ਰਿਹਾਈ 'ਚ ਇਹਨਾਂ ਮੁੱਦਿਆਂ 'ਚ ਕਿਉਂ ਨਹੀਂ ਬੋਲਦਾ? ਕਿ ਹਲਫਨਾਮਾ ਵਾਪਸ ਲਿੱਤਾ ਕਿਉਂ ਨਹੀਂ? ਅੱਜ ਤੱਕ ਪਾਣੀ ਦੇ ਬਾਰੇ ਕਿਉਂ ਨਹੀਂ ਬੋਲਦਾ? ਸਾਡੇ ਥਰਮਲ ਬਾਰੇ ਕਿਉਂ ਨਹੀਂ ਬੋਲਦਾ? ਪ੍ਰੋਫੈਸਰ ਭੁੱਲਰ ਬਾਰੇ ਕਿਉਂ ਨਹੀਂ ਬੋਲਦਾ? ਆ ਕਿਉਂ ਨਹੀਂ ਕਹਿੰਦਾ ਕਿ ਪੰਜਾਬ 'ਚ, ਦਿੱਲੀ 'ਚ ਕੇਜਰੀਵਾਲ ਨੇ ਪੰਜਾਬੀ ਭਾਸ਼ਾ ਸਕੂਲਾਂ ਤੋਂ ਖਤਮ ਕਰ ਦਿੱਤੀ ਹੈਗੀ? ਇਹ ਕਿਉਂ ਨਹੀਂ ਦੱਸਦਾ ਕਿ ਇਹਦੇ 67 MLAs ਵਿੱਚੋਂ ਇੱਕ ਵੀ ਸਿੱਖ ਮੰਤਰੀ ਨਹੀਂ ਬਣਾਇਆ? ਇਹ ਕਿਸੇ
ਬੋਰਡ ਦਾ ਚੇਅਰਮੈਨ ਹੀ ਤੱਕ ਨਹੀਂ ਦਿੱਤੀ। ਇਹਨਾਂ ਮੁੱਦਿਆਂ 'ਚ ਕਿਉਂ ਨਹੀਂ ਬੋਲਦਾ ਹੈ? ਭਗਵੰਤ ਮਾਨ ਅਨਫੋਰਚੂਨੇਟਲੀ ਬਥੇਰੇ, ਜਿਹੜੀ ਪਾਰਟੀ ਅੱਜ ਟਿਕਟ ਵੇਚ ਰਹੀ ਹੈ, ਜ਼ਮੀਰ ਤਾਂ ਪਹਿਲੇ ਵਿਕੇ ਹੋਏ ਸੀ ਇਹਨਾਂ ਦੇ, ਕੱਲ ਪੰਜਾਬ ਵੇਚਣ ਨੂੰ ਫਿਰਦੇ ਨੇ। ਕਾਂਗਰਸ ਇੱਕ claim ਸਾਡੇ ਗੁਰੂਆਂ ਨੇ, ਗੁਰੂ ਸਾਹਿਬ ਨੇ ਆਪਣਾ ਸਰਵੰਸ਼ ਵਾਰਤਾ ਤੇ ਸਾਡੇ ਸਿੱਖਾਂ ਨੂੰ ਹੱਥਾਂ 'ਚ ਤਲਵਾਰਾਂ ਫੜਾਈਆਂ ਸੀਗੀਆਂ ਆਪਣੀ ਰਾਖੀ ਵਾਸਤੇ, ਮਾਸੂਮਾਂ ਤੇ ਮਜ਼ਲੂਮਾਂ ਦੀ ਰਾਖੀ ਵਾਸਤੇ। ਅੱਜ ਇਹ ਝਾੜੂ ਸਾਡੇ ਬੱਚਿਆਂ ਨੂੰ ਫੜਾ ਰਹੇ ਨੇ, ਤਲਵਾਰਾਂ ਖੋ ਕੇ ਝਾੜੂ ਫੜਾ ਰਹੇ ਨੇ ਕਿ ਕੱਲ ਪੰਜਾਬ 'ਚ ਆ ਕੇ ਸਾਡੀ ਦਸਤਾਰ ਖੋ ਕੇ ਟੋਪੀਆਂ ਪੜਾਉਣਗੇ। ਇਸ ਵਾਸਤੇ ਗੁਰੂ ਸਾਹਿਬ ਨੇ ਸਰਵੰਸ਼ ਵਾਰਿਆ ਸੀ। ਪੰਜਾਬੀ, ਮੈਨੂੰ ਪੂਰਾ ਭਰੋਸਾ ਹੈ ਕਿ ਆਪਣੇ ਪੰਥ, ਪੰਜਾਬ ਤੇ ਪੰਜਾਬੀਅਤ ਨੂੰ ਹਮੇਸ਼ਾ ਬਰਕਰਾਰ ਰੱਖਣਗੇ। ਸੀਐਮ ਚਰਨਜੀਤ ਚੰਨੀ ਨੂੰ ਜਦੋਂ ਸੀਐਮ ਬਣਾਇਆ ਗਿਆ, ਤੁਹਾਨੂੰ ਵੀ ਪਤਾ ਕਿੰਨਾ ਰੌਲਾ ਪਿਆ, ਦਲਿਤ ਸੀਐਮ। ਉਸ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਪੂਰੇ ਦੇਸ਼ ਦੀ ਹਿਸਟਰੀ ਹੈ ਇਹ, ਤੇ ਦਲਿਤ, ਇਹ ਹੁਣ ਕਾਂਗਰਸ ਦੇ ਬਹੁਤ ਸਾਰੇ ਆਈਡਿਓਲੌਗ ਕਲੇਮ ਕਰਦੇ ਨੇ ਕਿ ਦਲਿਤ ਵੋਟ ਬੈਂਕ ਆ ਜਿਹੜਾ ਉਹ ਪੋਲਰਾਈਜ਼ ਹੋ ਜਾਏਗਾ, ਯਾਨੀ ਦਲਿਤ ਭਾਈਚਾਰਾ ਇੱਕੋ ਨੱਕੇ ਕਾਂਗਰਸ ਵੱਲ ਜਾਏਗਾ। ਅੱਜ ਤਾਂ ਦੁੱਖ ਦੀ ਗੱਲ ਹੈ ਕਿ ਕਾਂਗਰਸ ਵਾਸਤੇ ਨਾ ਹਰ ਚੀਜ਼ ਵੋਟ ਬੈਂਕ। ਜਦ ਅਸੀਂ ਸਭ ਤੋਂ ਪਹਿਲੇ ਆਪਣਾ ਗਠਬੰਧਨ ਕੀਤਾ ਬੀਐਸਪੀ ਦੇ ਨਾਲ ਤੇ ਐਲਾਨ ਕੀਤਾ ਕਿ ਸਾਡਾ ਇੱਕ ਦਲਿਤ ਭਰਾ ਡਿਪਟੀ ਸੀਐਮ ਹੋਏਗਾ ਤੇ ਇੱਕ ਹਿੰਦੂ ਭਰਾ ਹੋਗਾ, ਅਸੀਂ ਕੋਈ ਵੋਟ ਬੈਂਕ ਪੋਲਿਟਿਕਸ ਨਹੀਂ ਖੇਡ ਰਹੇ ਸੀਗਾ। ਸਾਡਾ ਗਠਬੰਧਨ ਹੋਇਆ ਸੀਗਾ, ਪੁਰਾਣਾ ਟੁੱਟਿਆ, ਨਵਾਂ ਕੀਤਾ ਪੰਜਾਬ ਦੇ ਭਲੇ ਵਾਸਤੇ ਤੇ ਐਲਾਨ ਕੀਤਾ। ਉਹਨੂੰ ਕਾਊਂਟਰ ਕਰਨ ਵਾਸਤੇ ਕਾਂਗਰਸ ਦੇ, ਜਿਹਨੂੰ ਤਾਂ 40 ਵੋਟਾਂ ਮਿਲੀਆਂ ਸੀਗੀਆਂ ਮੁੱਖ ਮੰਤਰੀ ਬਣਾਉਣ ਵਾਸਤੇ, ਜਾਖੜ, ਉਹ ਤਾਂ ਹਿੰਦੂ ਚਿਹਰੇ ਨੂੰ, ਮੈਨੂੰ ਕਹਿੰਦੇ ਇਹਨਾਂ ਨੇ ਹਿੰਦੂਆਂ ਨੂੰ ਵੀ ਇਨਸਲਟ ਕੀਤਾ, ਦਲਿਤਾਂ ਨੂੰ ਤਾਂ ਜਿਹੜਾ ਕਰ ਰਹੇ ਨੇ, ਹਿੰਦੂਆਂ ਨੂੰ ਪਹਿਲੇ ਇਨਸਲਟ ਕੀਤਾ ਵੀ ਹਿੰਦੂ ਨਹੀਂ ਬਣ ਸਕਦਾ। ਕਿਉਂ? ਜਿਹੜਾ ਪੰਜਾਬ 'ਚ ਹਿੰਦੂ ਰਹਿ ਰਹੇ ਨੇ ਉਹ ਸਾਡੇ ਆਪਣੇ ਪੰਜਾਬੀ ਨਹੀਂ ਹੈਗੇ, ਹਿੰਦੂ ਨਹੀਂ ਬਣ ਸਕਦਾ। ਫਿਰ ਜੀ ਸੁਖੀ ਰੰਧਾਵਾ ਨਿਕਲ ਗਿਆ, ਅੰਬਿਕਾ ਸੋਨੀ ਨਿਕਲ ਗਈ, ਉਹ ਸਿੱਧੂ ਨਿਕਲਿਆ ਕਰਦੇ, ਜਿਹਨੂੰ 2 ਵੋਟਾਂ ਪਈਆਂ ਸੀ ਉਹਨੂੰ ਇੱਕ ਮੋਹਰਾ ਬਣਾ ਕੇ ਯੂਪੀ 'ਚ ਇਲੈਕਸ਼ਨ ਜਿੱਤਣ ਵਾਸਤੇ ਤੇ ਇੱਥੇ ਵੋਟਾਂ ਬਟੋਰਨ ਵਾਸਤੇ ਉਹਨੂੰ ਬਣਾ ਤਾਂ ਦਿੱਤਾ ਤੁਸੀਂ ਚਿਹਰਾ, ਤੇ ਉਹ ਚਿਹਰਾ ਵੀ ਹੁਣ 4 ਦਿਨਾਂ ਦਾ ਰਹਿ ਗਿਆ। 20 ਤਰੀਕ ਦਾ ਸਿੱਧੂ ਨੂੰ ਚੁੱਪ ਕਿਵੇਂ ਕਰਾਇਆ ਕਿ 20 ਤਰੀਕ ਤੱਕ ਤੂੰ ਚੁੱਪ ਰਹਿ, ਉਹਦੇ ਬਾਅਦ ਇਹਨੂੰ ਪਾਸੇ ਕਰਕੇ ਤਾਂ ਤੈਨੂੰ ਕਹਿਣਾ ਵੋਟਾਂ ਦਾ ਬਟੋਰੀਆ ਆਪਾਂ ਦੋਨੋਂ ਜਗ੍ਹਾ 'ਤੇ। ਸੋ ਇਹ ਗੰਦੀ ਵੋਟ ਬੈਂਕ ਦੀ ਰਾਜਨੀਤੀ, ਬਾਲ ਸਾਹਿਬ ਨੇ ਹਮੇਸ਼ਾ ਇਸ ਭਾਈਚਾਰਕ ਸਾਂਝ ਨੂੰ, ਅਮਨ ਸ਼ਾਂਤੀ ਵਾਸਤੇ ਹਮੇਸ਼ਾ ਇਹਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਪੈਨਸ਼ਨ ਦਿੱਤੀ, ਸ਼ਗਨ ਦਿੱਤਾ, ਆਟਾ ਦਾਲ ਦਿੱਤਾ, ਇਸ ਕਰਕੇ ਨਹੀਂ ਕਿ ਇਹ ਵੋਟ ਬੈਂਕ ਹੈਗਾ, ਇਸ ਕਰਕੇ ਕਿ ਉਹ ਗਰੀਬ ਨੇ, ਉਹਨਾਂ ਨੂੰ ਅਪਲਿਫਟ ਕਰਨਾ ਜ਼ਰੂਰੀ ਹੈ। ਜੇ ਅੱਜ ਅਸੀਂ ਪੰਥਕ ਸ਼ਕਤੀ ਤੇ ਦਲਿਤ ਸ਼ਕਤੀ ਦਾ ਇੱਕ ਨਮੂਨਾ ਦਿਖਾਣਾ ਚਾਹੁੰਦੇ ਹਾਂ ਲੋਕਾਂ ਨੂੰ, ਇਹ ਭਾਈਚਾਰਕ ਸਾਂਝ ਨੂੰ ਮਜ਼ਬੂਤ, ਜਿਹੜਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਦਾ ਰਿਹਾ ਹੈ, ਇਹਨਾਂ ਦੀ ਤਰ੍ਹਾਂ ਵੋਟ ਬੈਂਕ ਰਾਜਨੀਤੀ ਇਜ਼ ਵੈਰੀ ਅਨਫੋਰਚੂਨੇਟ ਕਿ ਪਾਰਟੀਆਂ ਆ ਕੁਛ ਕਰਨ, ਲੇਕਿਨ ਬਹੁਤ ਕੁਛ ਹੋਣ ਲੱਗਿਆ। ਹੁਣ ਤਾਂ ਲੋਕੀ ਪਾਰਟੀਆਂ ਐ ਬਦਲਦੇ ਜਿਵੇਂ ਕੋਈ ਕਮੀਜ਼ਾਂ ਬਦਲਦਾ ਹੈਗਾ, ਕੋਈ ਜ਼ਮੀਨ, ਇਮਾਨ, ਆਈਡੀਓਲੋਜੀ ਸਭ ਵਿਕ ਗਏ। ਤੁਹਾਡੀ ਪਾਰਟੀ 'ਚ ਮਨਜਿੰਦਰ ਸਿਰਸਾ ਬੀਜੇਪੀ 'ਚ ਗਏ। ਕੌਣ ਸੋਚ ਸਕਦਾ ਹੈ ਕਿ ਇੱਕ ਬੰਦਾ ਜਿਹਦੇ, ਚਲੋ ਪਾਰਟੀ ਛੱਡ ਕੇ ਬੰਦਾ ਜਾਏ, ਬਹੁਤ ਜ਼ਿਆਦਾ ਉਹਨਾਂ ਦਾ, ਲੇਕਿਨ ਨਹੀਂ ਮੇਰੇ ਨਾਲ ਤਾਂ ਕੁਝ ਨਹੀਂ, ਮੈਂ ਤਾਂ ਪਹਿਲੇ ਦਿੱਲੀ ਤੁਸੀਂ ਦੇਖਦੇ ਸੀ ਨਾ, ਤੁਹਾਨੂੰ ਮਿਲਦੇ ਤਾਂ ਲਗਾਤਾਰ ਸੀ ਉਹ ਪੁੱਟ, ਨਹੀਂ ਚਾਹੇ ਜੀਕੇ ਹੋਣ, ਚਾਹੇ ਉਹ ਤਾਂ ਮੈਂ ਕਹਾਂ ਕਿ ਜਿਹੜਾ ਬੰਦਾ ਇੱਕ ਪ੍ਰਧਾਨਗੀ ਦੇ ਅਹੁਦੇ 'ਚ ਬੈਠਾ ਹੈ, ਤੁਸੀਂ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਆਪਣੀ ਅਹੁਦੇ ਦੇ ਨਾਲ ਤਾਂ ਵਫਾਦਾਰੀ ਨਿਭਾਓ। ਕਮਿਊਨਿਟੀ ਦੇ ਤੁਸੀਂ ਛੁਰਾ ਮਾਰਿਆ ਕਮਿਊਨਿਟੀ ਦੇ, ਮਤਲਬ ਇੰਨਾ ਵੱਡਾ ਧੋਖਾ ਕਮਿਊਨਿਟੀ ਨੂੰ। ਇਹ ਸਭ ਤੋਂ ਦੁੱਖ ਦੀ ਗੱਲ ਆ ਹੈਗੀ ਕਿ ਤੁਸੀਂ ਅਹੁਦੇ ਨੂੰ ਵੀ ਵੇਚ ਜਾਂਦੇ ਹੋ। ਸੋ ਉਹ ਬੜੀ ਦੁੱਖ ਦੀ ਗੱਲ ਹੈ ਕਿ ਇਹ ਬੇਸਿਕਲੀ ਬੰਦੇ ਦੀ ਕੈਲੀਬਰ ਦਿਖਾਉਂਦਾ ਹੈਗਾ ਜਾਂ ਉਹਦੀ ਕੈਰੈਕਟਰ ਦਿਖਾਉਂਦਾ ਹੈ, ਹੋਰ ਕੀ ਕਹਿ ਸਕਦੇ। ਮਤਲਬ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਸੀਗੇ, ਇੱਕ ਗੁਰਦੁਆਰਾ ਇੱਕ ਰਿਲੀਜੀਅਸ ਸੰਸਥਾ ਦੇ, ਉਸ ਪੋਜੀਸ਼ਨ ਨੂੰ ਤੁਸੀਂ ਧੋਖਾ ਦਿੱਤਾ ਹੈ। ਬੀਜੇਪੀ ਦੇ ਨਾਲ ਕਦੇ ਮੰਨ ਲਓ ਹੁਣ ਤੁਸੀਂ ਅਲਾਈਅੰਸ ਤੋੜਤਾ ਸੀਗਾ, ਮੰਨ ਲਓ ਪੰਜਾਬ 'ਚ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜੇ ਕਿ ਤੁਹਾਨੂੰ ਗੱਠਜੋੜ ਕਰਨ ਦੀ ਲੋੜ ਪਵੇ ਤੇ ਬੀਜੇਪੀ ਕੋਲ ਸੀਟਾਂ ਹੋਣ, ਕਰੋਗੇ ਗੱਠਜੋੜ? ਨਹੀਂ, ਦੇਖੋ ਬੀਜੇਪੀ ਦੇ ਨਾਲ ਸਾਡਾ ਬਹੁਤ ਵਧੀਆ ਗੱਠਜੋੜ ਸੀਗਾ, ਜਿੱਥੇ ਜਦ ਉਹਨਾਂ ਦੀ 2 ਸੀਟਾਂ ਸੀਗੀਆਂ ਨਾ, ਅਕਾਲੀ ਦਲ ਦੀ 11 ਹੁੰਦੀ ਸੀਗੀਆਂ, ਅਸੀਂ ਤਾਂ ਉਹਨਾਂ ਦੇ ਨਾਲ ਨਹੀਂ ਤੋੜਿਆ ਜਦ ਉਹ ਕੁਝ ਵੀ ਨਹੀਂ ਸੀਗੇ। ਮਾੜੇ ਸਮੇਂ 'ਚ ਅਕਾਲੀ ਦਲ ਖੜਿਆ ਰਿਹਾ, ਔਰ ਉਹਦਾ ਰੀਜ਼ਨ ਸੀਗਾ ਕਿ ਇਹ ਪੰਜਾਬ ਦੇ ਭਲੇ ਵਾਸਤੇ ਹੈ, ਕਿਉਂਕਿ ਬੜੇ ਕਾਲੇ ਦੌਰ ਤੋਂ ਪੰਜਾਬ ਨਿਕਲ ਆਏ ਸੀਗਾ। ਅਸੀਂ ਆਪਣੇ ਜਿਹੜੀ ਮਾਈਨੋਰਿਟੀ ਕਮਿਊਨਿਟੀ ਨੂੰ ਅਸੀਂ ਹੌਸਲਾ ਦੇਣਾ ਚਾਹੁੰਦੇ ਸੀ ਕਿ ਤੁਸੀਂ ਵੀ ਸਾਡੇ ਵਾਸਤੇ ਮੈਟਰ ਕਰਦੇ ਹੋ, ਜਿਹਦੇ ਕਰਕੇ ਆਹ ਗੱਠਜੋੜ ਕੀਤਾ ਸੀਗਾ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਕਿ ਬਾਦਲ ਸਾਹਿਬ ਤੇ ਵਾਜਪਾਈ ਸਾਹਿਬ ਦੇ ਇਸ ਗੱਠਜੋੜ ਨੇ ਹਿੰਦੂ ਸਿੱਖ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਪੰਜਾਬ 'ਚ। ਲੇਕਿਨ ਅਫਸੋਸ ਹੈ ਕਿ ਜਿਸ ਤਰ੍ਹਾਂ ਦੀ ਲੀਡਰਸ਼ਿਪ ਆ ਗਈ ਹੈ, ਉੱਥੇ ਤਾਂ ਅਲਾਇੰਸ ਨੂੰ ਕੁਝ
ਅਲਾਈਜ਼ ਨੂੰ ਕੁਝ ਸਮਝਿਆ ਹੀ ਨਹੀਂ ਜਾਂਦਾ। ਸ਼ਿਵ ਸੈਨਾ ਪੁਰਾਣੀ ਅਲਾਇੰਸ ਸੀਗੀ, TDP ਪੁਰਾਣੀ ਅਲਾਇੰਸ ਸੀ, ਤੇ ਕਿਸਾਨਾਂ ਦੇ ਮੁੱਦੇ 'ਚ ਜਿਸ ਤਰ੍ਹਾਂ ਹੋਇਆ, ਮੈਂ ਕਦੇ ਇਹ ਉਮੀਦ ਵੀ ਨਹੀਂ ਕਰ ਸਕਦੀ ਸੀ ਕਿ ਜਿਹੜੀ ਚੀਜ਼ ਦਾ ਤੁਸੀਂ ਵਿਸ਼ਵਾਸ ਦਿੱਤਾ ਹੈ ਕਿ ਇਹ ਚੀਜ਼ਾਂ ਰਿਜ਼ੋਲਵ ਹੋਣਗੀਆਂ, ਤੇ ਕਿੰਨਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼। ਅਖੀਰ ਤਾਂ ਵੀ ਸੁਖਬੀਰ ਜੀ ਕਹਿੰਦੇ ਨੇ ਕਿ ਸਿਲੈਕਟ ਕਮੇਟੀ 'ਚ ਦੇ ਦਿਓ, ਲੇਕਿਨ ਆਪਣੇ ਪਾਵਰ 'ਚ ਤੁਸੀਂ ਇੰਨਾ, ਮੈਂ ਇੱਥੇ ਤਾਂ ਹੀ ਉਹਨਾਂ ਨੂੰ ਕਿਹਾ ਕਿ ਅੱਗ ਲੱਗੂਗੀ ਨਾ ਕਰੋ, ਤੁਸੀਂ ਅੱਗ ਲੱਗੂਗੀ ਕਿਸਾਨ ਸੜਕਾਂ 'ਚ, ਉਹਦੇ ਦੇਸ਼ 'ਚ ਅੱਗ ਲੱਗੂਗੀ। ਨਹੀਂ, ਆਪਕਾ ਇਹ ਬਹਿਨ ਜੀ ਆਪਕਾ ਵਹਿਮ ਹੈ, ਮਤਲਬ ਮੰਨਣ ਨੂੰ ਨਹੀਂ ਤਿਆਰ ਸੀਗੇ। ਤੇ ਹਕੀਕਤ ਮੈਂ ਹੁਣੇ ਕਹਿ ਰਿਹਾ ਕਿ ਹੁਣ ਤਾਂ ਸਾਰਾ ਮਸਲਾ ਵੀ ਸੋਲਵ ਹੋ ਗਿਆ, ਕੱਲ ਨੂੰ ਗੱਠਜੋੜ ਦੀ ਲੋੜ ਪੈਂਦੀ ਹੈ, ਕਰੋਗੇ ਬੀਜੇਪੀ? ਦੇਖੋ 700 ਸਾਡੇ 800 ਸਾਡੇ ਭਰਾ ਸ਼ਹੀਦ ਹੋ ਗਏ, 1.5 ਸਾਲ ਕੀ ਉਹਨਾਂ ਨੇ ਕੀਤਾ ਉਹ ਭੁੱਲ ਸਕਦੇ? ਮੈਂ ਤਾਂ ਰੋਜ਼ ਪਾਰਲੀਮੈਂਟ 'ਚ ਲੜਾਈ ਲੜਦੀ ਰਹੀ ਉਹਨਾਂ ਵਾਸਤੇ। ਇਹ ਚੀਜ਼ ਨੇ ਪੰਜਾਬ ਦੀ ਸੋਸ਼ਲ ਫੈਬਰਿਕ ਨੂੰ ਸਕਾਰ ਕੀਤਾ ਹੈ, ਸਾਡੇ ਰਿਸ਼ਤੇ ਨੂੰ ਸਕਾਰ ਕੀਤਾ ਹੈ। ਓਬਵੀਅਸਲੀ ਇੱਕ ਤਰੀਕੇ ਦੇ ਨਾਲ ਤੁਹਾਨੂੰ ਇਹ ਅਹਿਸਾਸ ਹੋਇਆ ਹੈ ਕਿ ਤੁਹਾਡੀ ਇੰਪੋਰਟੈਂਸ ਕੀ ਹੈਗੀ ਉਹਨਾਂ ਦੇ ਅੱਖਾਂ 'ਚ, ਇਹ ਦਿਖਾਤਾ ਹੈ ਨਾ। ਫਿਰ ਆਪਾਂ ਗੱਠਜੋੜ ਕਰਨ ਦਾ ਮਤਲਬ ਕੀ ਹੋਗਾ? ਇਟਸ ਆਊਟ ਆਫ ਦਾ ਕੁਐਸਚਨ। ਆਮ ਆਦਮੀ ਪਾਰਟੀ ਨੂੰ ਤੁਸੀਂ ਖਾਸ ਤੌਰ ਤੇ ਮਾਲਵੇ 'ਚ, ਕਿਉਂਕਿ ਕੋਰ ਮਾਲਵੇ 'ਚ ਕਿਹਾ ਜਾ ਰਿਹਾ ਜਾਂ ਆਪ ਕਲੇਮ ਕਰ ਰਹੀ ਹੈ, ਆਮ ਆਦਮੀ ਪਾਰਟੀ ਕਲੇਮ ਕਰ ਰਹੀ ਹੈ ਕਿ ਸਾਡਾ ਅੰਡਰ ਕਰੰਟ ਹੈ, ਸਾਡੀ ਵੇਵ ਹੈ, ਤੁਸੀਂ ਕਿਵੇਂ ਐਨਾਲਿਸਿਸ ਕਰਦੇ ਹੋਗੇ? ਕਿਉਂਕਿ ਮਾਲਵੇ 'ਚ ਤੁਸੀਂ ਚੋਣ ਲੜਦੇ ਹੋ ਔਰ ਮਾਲਵੇ 'ਚ ਤੁਸੀਂ ਬੈਠੇ ਹੋ। ਲੋਕਾਂ ਨੂੰ ਆਈ ਪੁੱਛਦੀ ਹਾਂ, 2017 'ਚ ਜਿੰਨੀ ਇਹਨਾਂ ਦੀ ਵੇਵ ਸੀ, ਜਿਹੜੇ ਕਹਿੰਦੇ ਸੀ 100 ਸੀਟਾਂ ਆ ਰਹੀਆਂ ਨੇ, ਇਹ ਭਗਵੰਤ ਮਾਨ ਪਾर्लियामेंट 'ਚ ਮੈਨੂੰ मीडिया पूछता सी, मैडम ये तो अब पहले हमारे पीछे पीछे आते थे, मेरी फ़ोटो खींचो, अब तो बात नहीं करते कहते मैं मुख्यमंत्री बन रहा हूँ। सो ऐसे आपको पता लग जाएगा रिजल्ट। वो जब 100 सीटा की हवा सी बीचे आ गए। हुण तो केजरीवाल खुद एक चैनल 'ਚ मैं कह रही सी कि 65 तो हमारी आ रही, हमें 80 चाहिए, तो 65 तक जे पहुँच गए, मतलब तो डबल डिजिट नहीं आनी। ये इन्हां दा जिहड़ा 1000 करोड़ का जिहड़ा बजट है ना, दिल्ली के लोगों का पैसा जिहड़ा लैके पंजाब 'ਚ, उत्तराखंड 'ਚ, गोवा 'ਚ, यूपी 'ਚ सारी जगह खर्च रहे बेचारे ਦਿੱਲੀ ਲੋਕਾਂ ਦਾ ਪੈਸਾ। ਕਿਸੇ ਮੁੱਖ ਮੰਤਰੀ ਨੂੰ, ਬਾਲ ਸਾਹਿਬ ਵੀ ਮੁੱਖ ਮੰਤਰੀ ਰਹੇ ਨੇ, ਹੋਰ ਤੁਸੀਂ ਮਮਤਾ ਬੈਨਰਜੀ ਨੂੰ ਦੇਖੋਗੇ, ਸ਼ਿਵ ਸੈਨਾ ਉਧਵ ਠਾਕਰੇ, ਕਿਸੇ ਨੂੰ ਦੇਖਾ ਕਿ ਆਪ ਦਾ ਸੂਬਾ ਛੱਡ ਕੇ ਸਾਰੀ ਜਗ੍ਹਾ ਭੱਜ ਰਹੇ। ਹਫਤੇ ਤੋਂ ਬੈਠੇ ਆ, ਅੱਜ ਤਾਜ ਹੋਟਲ ਤੋਂ ਨਿਕਲਿਆ, 4 에ਅਰ ਪਿਊਰੀਫਾਇਰਸ ਇਹਦੇ ਮਗਰ ਜਾ ਰਹੇ ਸੀ। 25,000 ਦਾ ਇੱਕ ਹੁੰਦਾ ਹੈ, ਇੱਕ ਕਮਰੇ 'ਚ ਰਹਿੰਦਾ, 4 에ਅਰ ਪਿਊਰੀਫਾਇਰ ਚਲਾਉਂਦਾ ਹੈਗਾ। ਇਹ ਬੰਦਾ ਪੰਜਾਬ ਨੂੰ ਦੇਖੂਗਾ ਜਿੱਥੇ ਸਾਡੀ ਹਵਾ 'ਚ ਸਾਹ ਤਾਂ ਲੈ ਨਹੀਂ ਸਕਦਾ। ਸੋ ਇਹ ਦਿੱਲੀ ਦੇ ਲੋਕਾਂ ਦੇ ਪੈਸੇ ਦੇ ਨਾਲ ਇੱਥੇ ਸਾਰੀ ਜਗ੍ਹਾ ਪ੍ਰਚਾਰ ਕਰ ਰਿਹਾ, ਤੇ ਇਸ ਪ੍ਰਚਾਰ ਕਰਕੇ ਇਹ ਸਾਰਾ ਜਿਹੜਾ ਗੁਬਾਰਾ ਹੈਗਾ ਉਹ ਆ ਗਈ। ਕਦੇ ਮੀਡੀਆ ਖਰੀਦ ਕੇ ਉੱਥੇ ਦਿਖਾਤਾ ਕਿ ਜੀ ਸਰਵੇ ਇੰਨਾ ਆ ਗਿਆ, ਇੰਨੀ ਸੀਟਾਂ, ਤੇ ਸਾਰੇ ਪ੍ਰਚਾਰ ਦੀ ਖੇਡ ਹੈ। ਹਰ ਚੈਨਲ ਨੂੰ ਪੈਸੇ ਦੇ ਕੇ, ਹਰ ਰਿਪੋਰਟਰ ਨੂੰ ਪੈਸੇ ਦੇ ਕੇ, ਸਰਵੇ ਜਿਹੜੇ ਆ ਰਹੇ ਨੇ ਸਾਰੇ ਵਿਕੇ ਹੋਏ ਨੇ। ਮੈਂ ਤਾਂ ਕਈ ਬੰਦਿਆਂ ਨੂੰ ਜਾਣਦੀ ਵੀ ਆ ਜਿਹਨਾਂ ਨੂੰ ਪੈਸੇ ਦੇ ਕੇ ਕਰਾਏ ਨੇ। ਬਹੁਤ ਸਾਰੇ ਸਰਵੇ ਜਿਹੜੇ ਆਉਂਦੇ ਹੈਗੇ, ਜਿਵੇਂ ਮੰਨ ਲਓ ਵੱਖ-ਵੱਖ ਸਰਵੇ ਪਿਛਲੀਆਂ ਚੋਣਾਂ 'ਚ ਉਦੋਂ ਤੋਂ ਪਹਿਲਾਂ ਆਉਣਾ, ਕੁਝ ਸਰਵੇ ਜਿਹੜੇ ਨੈਸ਼ਨਲ ਚੈਨਲਾਂ ਦੇ ਖਾਸ ਤੌਰ ਦੇ ਉੱਤੇ ਮੈਂ ਕਹਿ ਰਿਹਾ, ਚਾਹੇ ਉਹ ਬਹੁਤ ਸਾਰੇ ਕਰਦੇ ਨੇ, ਇੱਕ ਕੰਪਨੀ ਨਹੀਂ ਕਰਦੀ ਕੋਈ, ਬਹੁਤ ਸਾਰੇ ਕਈ ਵਾਰ ਨੇੜੇ ਹੁੰਦੇ ਨੇ। ਤੁਸੀਂ ਕੀ ਮੰਨਦੇ ਹੋ ਫਿਰ? ਨਹੀਂ, ਪਿਛਲੀ ਵਾਰੀ ਦੇਖ ਲਓ ਨਾ ਤੁਸੀਂ, ਪਿਛਲੀ ਵਾਰ ਨੰਬਰ 1 ਆਪ ਨੂੰ ਦਿਖਾਉਂਦੇ ਨੇ, ਇਸ ਟਾਈਮ ਨੰਬਰ 2 ਕਾਂਗਰਸ ਦਿਖਾ ਰਹੇ, ਨੰਬਰ 3 ਤੁਸੀਂ 2017 ਦੇ ਸਾਰੇ ਸਰਵੇ ਕੱਢੋ, ਪੂਰੇ ਨੈਸ਼ਨਲ ਚੈਨਲਸ ਦੇ ਸਾਰੇ ਕੱਢੋ, ਸਾਰੇ, ਕਿਉਂਕਿ ਜ਼ਿਆਦਾਤਰ ਸਰਵੇ ਨੈਸ਼ਨਲ ਚੈਨਲਾਂ ਦੀ ਆ ਰਹੇ। ਬਿਲਕੁਲ ਸਾਰੇ ਆਪ ਨੂੰ ਪਿਛਲੇ 2017 'ਚ ਆਪ ਦੀ ਸਰਕਾਰ ਸਾਰੇ ਕਹਿ ਰਹੇ ਸੀ। ਅਸੀਂ ਤਾਂ ਵੀ ਕਹਿੰਦੇ ਸੀ ਕਿ ਜਿਹਦਾ ਕਾਡਰ ਵੀ ਨਹੀਂ ਹੈਗਾ, ਜਿਹਦਾ ਸਿਰਫ ਇਹ ਪ੍ਰਚਾਰ ਦਾ ਹਵਾ ਹੈਗਾ, ਹੁਣ ਸਾਰੇ ਉਹਨਾਂ ਨੂੰ 70 80 100 ਤੋਂ ਘੱਟ ਕੋਈ ਗੱਲ ਨਹੀਂ ਕਰਦਾ ਸੀ। ਵਿੱਚ ਆ ਗਏ ਨਾ, ਕੁਝ ਸੀਗਾ ਹੀ ਨਹੀਂ ਜ਼ਮੀਨ 'ਚ। ਸੋ ਹਕੀਕਤ ਆ ਹੈਗੀ ਕਿ ਇਹਨਾਂ ਦਾ ਸਿਰਫ ਤੁਹਾਡੀ ਅਸੈਸਮੈਂਟ ਕੀ ਹੈ ਵੀ ਆਪ, ਮਤਲਬ ਅਸੈਸਮੈਂਟ ਤਾਂ ਕੋਈ ਹੋਊਗੀ ਤੁਹਾਡੀ ਆਮ ਆਦਮੀ ਪਾਰਟੀ ਬਾਰੇ, ਕਿਉਂਕਿ ਉਹ ਤੁਹਾਡੇ ਬਾਰੇ ਕਹਿੰਦੇ ਨਹੀਂ ਇਹ 20 ਤੋਂ ਥੱਲੇ ਰਹਿਣਗੇ, ਉਹਨਾਂ ਤੋਂ ਪੁੱਛੀਦਾ ਆਪਦੀ ਤੁਹਾਡੀ ਅਸੈਸਮੈਂਟ ਕੀ ਹੈ ਉਹਨਾਂ ਬਾਰੇ? ਦੇਖੋ, ਇਹਨਾਂ ਦੀ ਤਾਂ ਫਿਕਸਡ ਗੇਮ ਹੈ। ਇਹਨਾਂ ਨੇ ਕਿੱਥੇ ਇੱਕ ਦੂਜੇ ਨਾਲ ਕੀ ਸਮਝੌਤੇ ਕਰਕੇ ਕਿਹਨੂੰ ਕੀ ਟ੍ਰਾਂਸਫਰ ਕਰਦੇ, ਤਾਂ ਆਹ ਦੋਨੋਂ ਜਾਣਦੇ ਆ। ਸਾਨੂੰ ਤਾਂ ਆਪਣੀ ਪਤਾ ਹੈ। ਕਾਂਗਰਸ ਤੇ ਆਪ 'ਚ ਅੰਡਰਸਟੈਂਡਿੰਗ ਹੈ, ਤੁਸੀਂ ਕਹਿੰਦੇ? ਹਾਂ, ਬਿਲਕੁਲ ਹੈਗੀ। ਤੁਸੀਂ ਗਰਾਊਂਡ ਲੈਵਲ 'ਚ ਪਤਾ ਕਰੋ, ਪਿੰਡ 'ਚ ਜਿਹੜੀ ਵੋਟ ਆਪ ਨੂੰ ਪੈ ਰਹੀ, ਉਹ ਸਿਰਫ ਕਾਂਗਰਸ ਦੀ ਪੈ ਰਹੀ, ਆਪਣੀ ਨਹੀਂ ਕੋਈ ਪੈ ਰਹੀ, ਸਿਰਫ ਆਪ ਦੀ ਕਾਂਗਰਸ ਦੀ ਵੋਟ ਉੱਥੇ ਟ੍ਰਾਂਸਫਰ ਹੋ ਰਹੀ ਹੈ। ਤੁਹਾਨੂੰ ਕੀ ਲੱਗਦਾ ਕਾਂਗਰਸ ਤੇ ਆਪ ਮਿਲ ਕੇ ਸਰਕਾਰ ਬਣਾ ਸਕਦੇ ਆ? ਮਤਲਬ ਐ ਕੋਸ਼ਿਸ਼ ਕਰ ਸਕਦੇ ਆ? ਇਹਨਾਂ ਦਿੱਲੀ 'ਚ ਬਣਾਈ ਤਾਂ ਸੀਗੀ ਜਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਿਰ ਦੀ ਸਹੁੰ ਖਾਦੀ ਸੀ ਕਿ ਮੈਂ ਅੰਨਾ ਹਜ਼ਾਰੇ ਨੂੰ ਛੱਡ ਕੇ ਸਿਆਸਤ ਵਿੱਚ ਆ ਰਹਾ ਹੈ, ਕਿਉਂਕਿ ਮੈਂ ਭ੍ਰਿਸ਼ਟਾਚਾਰ ਖਤਮ ਕਰਕੇ ਕਾਂਗਰਸ ਨੂੰ ਜੇਲ੍ਹ 'ਚ ਧੱਕਣਾ ਹੈਗਾ, ਸ਼ੀਲਾ ਦੀਕਸ਼ਿਤ ਨੂੰ, ਤੇ ਬੱਚਿਆਂ ਦੀ ਸਿਰ ਦੀ ਮੈਂ ਸਹੁੰ ਖਾਂਦਾ, ਕਿਸ ਨਾਲ ਰਲ ਮਿਲ ਕੇ ਨਹੀਂ ਬਣਾਵਾਂਗਾ। ਸੀਟਾਂ ਘੱਟ ਰਹਿ ਗਿਆ, ਤੇ ਜਿਹਦੇ ਬੱਚਿਆਂ ਦੀ ਸਿਰ ਦੀ ਸਹੁੰ ਭੁੱਲ ਕੇ ਤੇ ਉਹ ਕਾਂਗਰਸ ਦੇ ਨਾਲ ਤਾਂ ਰਲ ਮਿਲ ਕੇ ਦਿੱਲੀ 'ਚ ਬਣਾਈ ਸੀ। ਸੋ ਦਿੱਲੀ 'ਚ ਬਣਾ ਸਕਦਾ ਤਾਂ ਪੰਜਾਬ 'ਚ ਕਿਉਂ ਨਹੀਂ ਬਣਾ ਸਕਦਾ? ਪਰ ਇਹ ਕਹਿੰਦੇ ਜਿੱਥੇ ਆਪ ਜਾਂਦੀ ਹੈ ਕਾਂਗਰਸ ਸਾਫ਼ ਹੋ ਜਾਂਦੀ, ਉਦੋਂ ਮੁੜ ਕੇ ਆਪ ਉੱਥੇ ਤਾਂ ਇੱਕ ਵੀ ਸੀਟ ਨਹੀਂ ਆਈ ਕਦੇ ਕਾਂਗਰਸ ਨੂੰ। ਹਾਂ, ਤਾਂ ਇਹ ਜੀ ਗਲਤੀ ਕਾਂਗਰਸ ਕਿਉਂ ਕਰੂ? ਉਹ ਕਾਂਗਰਸ ਕਿਉਂ ਕਰੂ? ਕਾਂਗਰਸ ਤਾਂ ਮੇਰੇ ਖਿਆਲ ਮਜਬੂਰੀ ਬਹੁਤ ਹੋਗੀ, ਕਿਉਂਕਿ ਇਹ ਤਾਂ ਬਿਲਕੁਲ ਹੀ ਮਰ ਹੀ ਗਈ ਹੈ ਨਾ ਕਾਂਗਰਸ ਹੀ ਕਾਂਗਰਸ ਨੂੰ ਵੋਟ ਨਹੀਂ ਮਾਰਨਾ ਚਾਹੁੰਦਾ। ਕੋਈ ਕਾਂਗਰਸੀ ਉਹ ਆਪ ਇੰਨਾ ਮਾਯੂਸ ਹੋ ਗਿਆ, ਭਾਵੇਂ ਲੀਡਰ ਹੋਏ,
ਭਾਵੇਂ ਵਰਕਰ ਹੋਏ ਭਾਵੇਂ ਸਰਪੰਚ ਹੋਏ, ਉਹ ਆਪ ਕਾਂਗਰਸ ਤੋਂ ਇੰਨੇ ਮਾਯੂਸ ਹੈ ਕਿ ਉਹ ਆਪਣੀ ਪਾਰਟੀ ਨੂੰ ਵੋਟ ਪਾਉਣਾ ਹੀ ਨਹੀਂ ਚਾਹੁੰਦੇ। ਤੁਹਾਡੇ ਤੇ ਬੱਚੇ ਇੱਕ ਪੰਜਾਬੀਆਂ 'ਚ ਹੈਗਾ ਕਿ ਕੋਈ ਨਵੀਂ ਚੀਜ਼ ਟਰਾਈ ਕਰਨ ਦਾ ਹਮੇਸ਼ਾ ਉਹਨਾਂ ਨੂੰ ਹੁੰਦਾ ਹੈਗਾ, ਪਰ ਹੁਣ ਨਵੀਂ ਚੀਜ਼ ਕੋਈ ਪਿਛਲੀ ਵਾਰੀ ਆਪ ਨਵੀਂ ਸੀ, ਹੁਣ ਤਾਂ ਉਹ ਵੀ ਪੁਰਾਣੀ ਹੋ ਗਈ ਹੈ। ਤੇ ਉਹ ਵੀ ਉਹਨਾਂ ਨੇ ਦੇਖ ਲਿਆ ਕਿ 20 ਬੰਦੇ ਕਾਮਯਾਬ ਕਰਕੇ ਸਾਨੂੰ ਕੀ ਮਿਲਿਆ, ਸਾਡੇ ਅੱਧੇ ਉਸ ਪਾਰਟੀ 11 ਤਾਂ ਚਲੇ ਗਏ। ਸੋ ਹੁਣ ਟਿਕਟਾਂ ਵੇਚ ਕੇ ਜਿਹਨੇ ਪੈਸੇ ਵੱਧ ਦਿੱਤੇ ਉਹਨੂੰ ਦੇ ਦਿੱਤਾ, ਤਾਂ ਹੁਣ ਜਿਹੜਾ ਬੰਦਾ ਖਰੀਦ ਕੇ ਲਾਇਆ ਹੈਗਾ ਉਹਨੇ ਗਾਂ ਲੋਕਾਂ ਨੂੰ ਵੇਚਣਾ, ਹੋਰ ਕੀ ਕਰਨਾ ਹੈ। ਤੁਹਾਡੇ ਬੱਚੇ ਵੀ ਮੈਂ ਦੇਖ ਰਿਹਾ ਅੱਜ ਕੱਲ੍ਹ ਪ੍ਰਚਾਰ ਕਰ ਰਹੇ ਨੇ, ਅਨੰਤਵੀਰ ਬਾਦਲ 'ਚ ਕਰ ਰਹੇ ਨੇ, ਮਤਲਬ ਹਲਕੇ 'ਚ, ਲੰਬੀ ਹਲਕੇ 'ਚ, ਤੇ ਬੇਟੀ ਤੁਹਾਡੀ ਹਰਕੀਰਤ ਜਲਾਲਾਬਾਦ। ਬਾਦਲ ਸਾਹਿਬ ਤੇ ਮੈਂ ਤਾਂ ਟੋਟਲੀ ਇਹਦੇ ਅਗੇਂਸਟ ਆ, ਨਾ ਹੀ ਅਸੀਂ ਪਸੰਦ ਨਹੀਂ ਕਰਦੇ ਕਿ ਬੱਚੇ ਕਰਨ, ਲੇਕਿਨ ਵਧੀਆ ਨਹੀਂ ਲੱਗਦਾ ਤੁਹਾਨੂੰ ਰਾਜਨੀਤੀ ਨਹੀਂ, ਆਈ ਥਿੰਕ ਇਹ ਬੱਚਿਆਂ ਦੀ ਇਹ ਉਮਰ ਨਹੀਂ ਹੁੰਦੀ ਪੜ੍ਹਾਈ ਵੱਲ ਧਿਆਨ ਦੇਣ, ਤਾਂ ਬਾਦਲ ਸਾਹਿਬ ਵੀ ਇਹਦੇ ਟੋਟਲ ਅਗੇਂਸਟ ਨੇ। ਪਰ ਉਹ ਬਾਦਲ ਸਾਹਿਬ ਨੇ ਵੱਡੇ ਬਾਦਲ ਜਾਂ ਸੁਖਬੀਰ ਬਾਦਲ ਹੋਰੀ? ਨਹੀਂ, ਵੱਡੇ ਬਾਦਲ ਸਾਹਿਬ। ਵੱਡੇ ਬਾਦਲ ਸਾਹਿਬ ਨਹੀਂ ਚਾਹੁੰਦੇ ਨਾ ਨਾ, ਉਹ ਤਾਂ ਸਾਰਿਆਂ ਨੂੰ ਹੈ ਕਿ ਮੇਰੇ ਬਿਲਕੁਲ ਨਹੀਂ ਜਾਣਾ, ਤੁਸੀਂ ਕੁਝ ਨਹੀਂ ਕਰਨਾ। ਪਰ ਫਿਰ ਉਹਨਾਂ ਦੀ ਜਦ ਸਿਹਤ ਖਰਾਬ ਹੋ ਗਈ, ਕਰੋਨਾ ਵਿੱਚ ਇਹ ਹੋ ਗਿਆ, ਜਿਹਦੇ ਕਰਕੇ ਫਿਰ ਲੋਕਾਂ ਨੇ ਕਿਹਾ ਕਿ ਹੁਣ ਮੇਰੇ ਵੀ ਆਪਣੇ ਪ੍ਰੋਗਰਾਮ ਸੀ, ਸੁਖਬੀਰ ਜੀ ਦੇ ਆਪਣੇ ਸੀ, ਤਾਂ ਸਾਨੂੰ ਅਨੰਤਵੀਰ ਨੂੰ ਲੈ ਜਾਂਦੇ ਹੋ। ਲੇਕਿਨ ਬਿਲਕੁਲ ਕਲੀਅਰ ਸਾਡੇ ਕਿ ਆਪਦੀ ਪੜ੍ਹਾਈ ਵੱਲ ਧਿਆਨ ਦੇਣ। ਤੇ ਬਾਦਲ ਸਾਹਿਬ ਤੇ ਆ ਕਿ ਪੋਲੀਟਿਕਸ ਇਜ਼ ਨਾਟ ਕਿ ਤੁਸੀਂ ਇਸ ਪ੍ਰੋਫੈਸ਼ਨ 'ਚ ਆਉਣਾ ਕਿਉਂਕਿ ਤੁਹਾਡੇ ਮਾਪੇ ਇਹਦੇ ਵਿੱਚ ਨੇ, ਤੁਸੀਂ ਜ਼ਿੰਦਗੀ 'ਚ ਕੁਝ ਕਰੋ। ਤੇ ਬਾਅਦ ਨੂੰ ਜੇ ਕੋਈ ਇਹੋ ਜਿਹੀ ਕੋਈ ਡੈਸਟਨੀ ਹੋਏ ਜਾਂ ਕੁਝ ਹੋਏ ਤਾਂ ਇਹ ਕੁਝ ਨਹੀਂ ਕਿ ਹੁਣ ਪੋਲੀਟਿਕਸ 'ਚ ਪਿਓ ਹੈਗਾ ਤੇ ਫਿਰ ਪੁੱਤ ਨੂੰ ਵੀ ਉਹਦੇ ਜਾਣਾ, ਇਹੋ ਜਿਹੀ ਕੋਈ ਗੱਲ ਬਿਲਕੁਲ ਨਹੀਂ। ਖਾਸ ਤੌਰ 'ਤੇ ਹੁਣ ਤਾਂ ਪੋਲੀਟਿਕਸ ਹੀ ਕੁਝ ਹੋਰ ਤਰ੍ਹਾਂ ਦੀ ਹੋ ਰਹੀ ਹੈ। ਜਿਹੜੇ ਪੋਲੀਟੀਕਲ ਪਰਿਵਾਰਾਂ ਦੇ ਬੱਚੇ ਹੁੰਦੇ ਨੇ, ਰਾਜਨੀਤੀ ਦੇ ਬਾਰੇ ਇਹਨਾਂ ਦਾ ਮਤਲਬ, ਕਿਉਂਕਿ ਅਸੀਂ ਤੇ ਆਮ ਪਰਿਵਾਰਾਂ 'ਚੋਂ ਆਏ ਹਾਂ, ਮੈਂ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਿਵੇਂ ਤੁਹਾਡੇ ਬੱਚੇ ਨੇ, ਤੁਹਾਡੇ ਘਰ 'ਚ ਤਾਂ 24 ਘੰਟੇ ਰਾਜਨੀਤੀ ਦੀਆਂ ਗੱਲਾਂ ਚੱਲਦੀਆਂ ਹੋਣਗੀਆਂ, ਲੰਚ 'ਤੇ ਵੀ ਚੱਲਦੀਆਂ ਹੋਣਗੀਆਂ, ਡਿਨਰ 'ਤੇ ਵੀ ਚੱਲਦੀਆਂ ਹੋਣਗੀਆਂ, ਤੁਹਾਡੇ ਬੱਚਿਆਂ ਦੀ ਕਿਉਰਿਓਸਿਟੀ ਹੁੰਦੀ ਹੈ ਫਿਰ ਰਾਜਨੀਤੀ ਬਾਰੇ, ਜਾਂ ਤੁਹਾਡੇ ਬੱਚੇ ਕਹਿੰਦੇ ਬਹੁਤ ਰਾਜਨੀਤੀ ਹੀ ਰਾਜਨੀਤੀ ਹੈ ਛੱਡੋ, ਜਾਂ ਉਹਨਾਂ ਦਾ ਵੀ ਟੇਸਟ ਬਣ ਜਾਂਦਾ ਉਸ ਤਰ੍ਹਾਂ ਦਾ? ਆਈ ਥਿੰਕ ਜਿਵੇਂ ਮੇਰੀ ਵੱਡੀ ਬੇਟੀ ਹੈਗੀ, ਉਹ ਕਾਫੀ ਇੰਟੈਲੀਜੈਂਟ ਹੈ, ਉਹਦਾ ਇੰਟਰਸਟ ਹੈ ਪੋਲੀਟਿਕਸ 'ਚ ਇੰਟਰਸਟ ਨਹੀਂ ਹੈਗਾ। ਪੋਲੀਟਿਕਸ ਦਾ ਮਤਲਬ ਪੋਲੀਟਿਕਸ ਨੂੰ ਜਾਣਨ ਦਾ, ਇੱਕ ਇੰਟਰਨੈਸ਼ਨਲੀ ਪੋਲੀਟਿਕਸ ਕੀ ਹੋ ਰਿਹਾ, ਨੈਸ਼ਨਲੀ ਕੀ ਹੋ ਰਿਹਾ, ਸੋ ਮਤਲਬ ਉਹਦੀ ਮਤਲਬ ਉਹਨੂੰ ਕਹੋ ਕਿ ਇਲੈਕਸ਼ਨ ਲੜੋ ਤਾਂ ਉਹ ਭੱਜ ਜਾਊਗੀ, ਮਤਲਬ ਉਸ ਵਾਲੀ ਇਲੈਕਟਰਲ ਪੋਲੀਟਿਕਸ 'ਚ ਨਹੀਂ, ਲੇਕਿਨ ਵੈਸੇ ਇੰਟਰਸਟ ਜਿਵੇਂ ਪਾਲਿਸੀਜ਼ ਦੇ ਵਿੱਚ ਤੇ ਹੋ ਕੀ ਰਿਹਾ ਹੈ। ਸੋ ਉਹਦਾ ਇਹਨਾਂ ਚੀਜ਼ਾਂ 'ਚ ਕਿ ਲੋਕਾਂ ਦੀ ਇਹਦੀ ਚੀਜ਼ 'ਚ ਰਿਐਕਸ਼ਨ ਕਿਵੇਂ ਹੈਗਾ, ਇਸ ਮਸਲੇ ਨੂੰ ਹੱਲ ਕਿਵੇਂ ਕਰਨਾ ਹੈ, ਲੋਕਾਂ ਦੀ ਆਹ ਤਕਲੀਫ ਵਾਸਤੇ ਇਹ ਸਾਡੀ ਕਮੀ, ਸਾਨੂੰ ਆਹ ਕਰਨਾ। ਸੋ ਜੇ ਤੁਹਾਡੀ ਇੱਛਾ ਹੋਵੇ ਕੋਈ ਇੱਕ ਬੱਚਾ ਤੁਹਾਡਾ ਰਾਜਨੀਤੀ ਜਾਵੇ, ਕੌਣ ਹੋਵੇ ਉਹ? ਦੇਖੋ, ਜੇ ਤਾਂ ਕੋਈ ਚੰਗਾ ਪੋਲੀਟੀਸ਼ੀਅਨ ਜਿਹੜਾ ਇੰਟੈਲੀਜੈਂਟ ਵੀ ਹੈਗਾ ਤੇ ਕੁਝ ਕਰਨਾ ਚਾਹੂਗਾ, ਉਹ ਤਾਂ ਮੈਂ ਕਹਾਂਗੀ ਮੇਰੀ ਵੱਡੀ ਬੇਟੀ, ਪਰ ਉਹ ਕਿਸੇ ਹਾਲਤ 'ਚ ਇਸ ਕੰਮ 'ਚ ਨਹੀਂ ਆਊਗੀ ਕਿਉਂਕਿ ਉਹ ਸ਼ੀ ਡਜ਼ ਨਾਟ ਵਾਂਟ ਇਟ, ਪਰ ਉਹਦਾ ਕੈਲੀਬਰ ਹੈਗਾ। ਇਹ ਸਾਰਾ ਇਹਨਾਂ ਨੂੰ ਅਸਰ ਬੱਚਿਆਂ ਨੂੰ ਹੁੰਦਾ ਜੀ ਅਸਰ ਇਸ ਗੱਲਾਂ ਦਾ? ਜਿਵੇਂ ਉਹੀ ਗੱਲ, ਜਿਵੇਂ ਤੁਸੀਂ ਅਨੰਤਵੀਰ ਕਹਿੰਦਾ ਵੀ ਇਹ ਬਿਆਨ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ, ਕੀ ਤੁਹਾਡੇ ਬੱਚਿਆਂ ਤੇ ਰਾਜਨੀਤੀ ਦਾ ਜਿਹੜਾ ਮੈਂ ਕਹਾਂ ਕਿ ਉਹ ਰਾਜਨੀਤੀ ਤੋਂ ਮੁਕਤ ਨਹੀਂ ਰਹਿੰਦੇ, ਚਾਹੁੰਦਿਆਂ ਨਾ ਚਾਹੁੰਦਿਆਂ ਇੰਪੈਕਟ ਪੈਂਦਾ ਉਹਨਾਂ 'ਤੇ, ਚਾਹੇ ਤੁਹਾਡੇ ਨੈਗੇਟਿਵ ਆ ਕੋਈ ਗੱਲ, ਚਾਹੇ ਤੁਹਾਡੀ ਪੋਜ਼ਿਟਿਵ ਆ? ਦੇਖੋ, ਯਾਦ ਕਰਨ ਵਾਲੀ ਕੋਈ ਚੰਗੀ ਚੀਜ਼ ਤਾਂ ਹੈ ਨਹੀਂ, ਲੇਕਿਨ ਅਮਰਿੰਦਰ ਸਿੰਘ ਨੇ ਜਦ ਫੜ ਕੇ ਸੁਖਬੀਰ ਜੀ ਨੂੰ, ਬਾਦਲ ਸਾਹਿਬ ਨੂੰ, ਸਾਰਿਆਂ ਨੂੰ ਜੇਲ੍ਹ 'ਚ ਤੱਕਤਾ, ਮੇਰੀ ਮਦਰ ਇਨ ਲਾਅ ਨੂੰ ਵੀ ਫੜ ਕੇ ਅੰਦਰ, ਜਦ ਸਾਡੇ ਖਿਲਾਫ ਵੰਡੇਟਾ ਪੋਲੀਟਿਕਸ ਇੰਨਾ ਕੀਤਾ ਸੀ। ਤੇ ਮੇਰੀ ਬੇਟੀ ਕਲਾਸ ਇਹ ਵੱਡੀ ਵਾਲੀ ਇਹ ਕਲਾਸ 2 'ਚ ਸੀਗੀ, ਤੇ ਕਲਾਸ 2 ਦੇ ਬੱਚਿਆਂ ਨੂੰ ਕਿੰਨਾ ਕੁ ਸਮਝ ਆਉਂਦਾ ਹੈਗਾ। ਤੇ ਨਾਲ ਇਹਦਾ ਰਾਜਦੀਪ ਸਰਦੇਸਾਈ ਦਾ ਮੁੰਡਾ ਵੀ ਇਹਦੀ ਕਲਾਸ 'ਚ ਪੜ੍ਹਦਾ ਸੀਗਾ। ਚਲੋ ਉਹਨਾਂ ਤੋਂ ਤੇ ਦੂਜੇ ਬੱਚਿਆਂ ਤੋਂ ਸਾਰੀ ਕਲਾਸ 'ਚ ਆ ਕਿ ਹਰਕੀਰਤ ਦੇ ਪਿਓ ਨੂੰ ਜੇਲ੍ਹ 'ਚ ਇਹਨੇ ਮਰਡਰ ਕੀਤਾ ਹੈ, ਥੀਫ ਹੈ, ਮਰਡਰਰ ਹੈਗਾ। ਹੁਣ ਕਲਾਸ 2 ਦੇ ਬੱਚਿਆਂ ਨੂੰ ਜ਼ਿਆਦਾ, ਉਹ ਵਿਚਾਰੀ ਦੇ ਨਾਲ ਕੋਈ ਨਾਲ ਬੈਠਣ ਨੂੰ ਨਹੀਂ ਤਿਆਰ ਸੀਗਾ, ਪਾਰਟਨਰਸ ਬੈਠਦੇ ਨਾ ਡੈਸਕ 'ਚ ਨਾਲ ਸਾਰੀ ਕਲਾਸ ਨੇ ਜਿਵੇਂ ਇਹਨੂੰ ਬੋਇਕਾਟ ਕਰਕੇ, ਤੇ ਇਹਨੂੰ ਸਮਝ ਨਹੀਂ ਆਏ, ਇਹ ਮੈਨੂੰ ਪੁੱਛੇ ਕਿ ਪਾਪਾ ਨੇ ਕੀ ਕੀਤਾ, ਹੁਣ ਮੈਂ ਕੀ ਸਮਝਾਵਾਂ ਪਾਪਾ ਨੇ ਕੀ ਕੀਤਾ। ਸੋ ਐਜ਼ ਅ ਕਲਾਸ 2 ਦਾ ਬੱਚਾ, ਉਹਦੇ ਦਿਮਾਗ 'ਚ ਕਿੰਨਾ ਉਹ ਸਕਾਰਡ ਹੋਈ ਉਸ ਟਾਈਮ ਤੋਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਨੂੰ ਇਹਦੀ ਬਦਦੁਆ ਤਾਂ ਜ਼ਰੂਰ ਲੱਗੀ ਹੋਊਗੀ, ਕਿਉਂਕਿ ਤੁਹਾਡੇ ਕਲਾਸ 'ਚ ਕੋਈ ਤੁਹਾਡੇ ਨਾਲ ਬਹਿਣਾ ਨਹੀਂ ਚਾਹੁੰਦਾ, ਇਹਦਾ ਪਿਓ ਜੇਲ੍ਹ 'ਚ ਹੈ, ਜੇਲ੍ਹ 'ਚ ਕੀ ਕੀਤਾ ਤੇਰੇ ਪਿਓ ਨੇ, ਐਂਡ ਫਿਰ ਫੈਮਿਲੀ ਨੇ ਕਾਫੀ ਟਰਾਮੈਟਿਕ ਪਈ। ਮੇਰੇ ਵਰਗਾ ਜਿਹੜਾ ਕਦੇ ਬਾਹਰ ਨਹੀਂ ਨਿਕਲ ਗਿਆ ਸੀ, ਮੈਨੂੰ ਸੁਪਰੀਮ ਕੋਰਟ 'ਚ ਜਾ ਕੇ ਲੜਾਈਆਂ ਲੜਨੀਆਂ ਪਈਆਂ, ਬਹੁਤ ਕੁਝ ਸਾਡੇ ਫੈਮਿਲੀ ਨੇ ਝੱਲਿਆ ਉਸ ਟਾਈਮ 'ਚ। ਤੇ ਇਹ ਚੀਜ਼ ਬੱਚਿਆਂ ਨੂੰ ਸਕਾਰ ਤਾਂ ਕਰਦੀ ਹੈ। ਲੱਕਲੀ ਦੂਜੇ 2 ਛੋਟੇ ਸੀਗੇ, ਪਰ ਇਹ ਤਾਂ ਵੱਡੀ ਸੀਗੀ, ਸਭ ਤੋਂ ਜ਼ਿਆਦਾ ਇਹਨੂੰ ਸਕਾਰ ਕੀਤਾ ਹੈ। ਕਦੇ ਜਦ ਇਹਦੇ ਨਾਲ ਕਦੇ ਗੱਲ ਕਰਾਂਗੇ ਤਾਂ
ਇਮੋਸ਼ਨਲ ਹੋ ਜਾਂਦੀ ਉਸ ਟਾਈਮ ਨੇ ਉਹਨੂੰ ਬਹੁਤ, ਉਸ ਬੱਚੀ 'ਚ ਬਦਲਾਵ ਬਹੁਤ ਆਏ ਉਸ ਟਾਈਮ ਕਰਕੇ, ਕਿਉਂਕਿ ਉਹ ਤਿੰਨਾਂ ਤੋਂ ਵੱਡੀ ਸੀਗੀ, ਉਹ ਸਮਝਦੀ ਸੀਗੀ, ਉਹਨੂੰ ਪਤਾ ਸੀਗਾ। ਇਹੀ ਜੀ ਗੱਲ ਵਿਧਾਨ ਸਭਾ 'ਚ ਵਿਕਰਮ ਜੀ ਵੀ ਬਾਰ-ਬਾਰ ਕਹਿੰਦੇ ਨੇ ਆਪਦੀ ਮੰਮੀ ਦੇ ਬਾਰੇ, ਬਿਲਕੁਲ। ਤੁਹਾਡੇ ਮਮਾ ਦੇ ਬਾਰੇ ਵੀ ਤੁਹਾਡੇ ਤੇ ਬੱਚਿਆਂ ਬਾਰੇ। ਉਹ ਆਪਣੇ ਬੱਚਿਆਂ ਬਾਰੇ ਉਹ ਹਮੇਸ਼ਾ ਉਹਨੂੰ ਆਈ ਹੈ। ਦੇਖੋ ਹੁਣ ਵੀ ਜਦੋਂ ਹੋਇਆ, ਹੁਣ ਵੀ ਜੋ ਰੇਡਾਂ ਪੈ ਰਹੀਆਂ ਸੀ, ਜਦੋਂ ਸਾਰਾ ਬੱਚਿਆਂ ਨੂੰ ਜਾਂ ਉਹੀ ਸਾਰੀ ਦੇਖੋ ਕਿਸੇ ਦੇ ਉੱਤੇ, ਚਲੋ ਵਿਰੋਧੀ ਜੋ ਮਰਜ਼ੀ ਕਹਿਣ, ਰੱਬ ਨੂੰ ਪਤਾ ਹੈ, ਸਾਨੂੰ ਪਤਾ ਹੈ, ਜੇ ਕੋਈ ਭੈਣ ਜੇ ਕਵੇ ਨਾ ਕਿ ਨੱਕੀ ਭਰਦਾ ਇਹਦਾ ਕੱਖ ਨਾ ਰਹੇ, ਮਤਲਬ ਇੱਕ ਕੋਈ ਭੈਣ ਆਪਣੇ ਭਰਾ ਵਾਸਤੇ ਕੱਖ ਨਾ ਰਹੇ, ਮੈਨੂੰ ਲੱਗਦਾ ਕਿਸੇ ਦੇ ਮੂੰਹ ਤੋਂ ਵੀ ਨਹੀਂ ਨਿਕਲੂਗਾ ਜੇ ਤੁਸੀਂ ਕੋਸ਼ਿਸ਼ ਵੀ ਕਰੋ। ਪਰ ਜੇ ਇੰਨੀ ਪੀੜਤ ਹੋ ਕੇ ਜੇ ਮੈਂ ਕਹਿਤਾ, ਕਿਉਂਕਿ ਮੈਨੂੰ ਇੰਨਾ ਕੌਨਫੀਡੈਂਸ ਕਿ ਮੈਨੂੰ ਸ਼ੋਰਿਟੀ ਹੈਗੀ ਕਿ ਮਤਲਬ ਕੋਈ ਇਹ ਚੀਜ਼ ਹੀ ਨਹੀਂ ਹੈਗੀ, ਤੇ ਜਿਸ ਬੰਦੇ ਦੇ ਉੱਤੇ ਜਿਹਨੇ 13 ਸਾਲ ਇਸ ਕਲੰਕ ਨੂੰ ਝੱਲਿਆ ਹੈਗਾ, ਕਿਉਂਕਿ ਇਹਨਾਂ ਨੇ ਇੰਨਾ ਗੰਦੀ ਭੰਡੀ ਪ੍ਰਚਾਰ ਕੀਤਾ ਹੈ ਕਿ ਦਿੱਲੀ ਚਲੇ ਜਾਓ, ਸਾਰੇ ਪੋਲੀਟੀਕਲ ਸਰਕਲਸ 'ਚ ਕਹਿ ਕੋ ਕੇ ਹੁਣ ਉਹਦੇ ਬੱਚੇ ਵੀ ਵੱਡੇ ਹੋ ਰਹੇ ਨੇ। ਰੱਬ ਨਾ ਕਰੇ ਕੱਲ ਉਹ ਕੁਝ ਸੁਣਨ ਆਪ ਦੇ ਪਿਓ ਬਾਰੇ। ਅੱਜ ਕੱਲ ਜ਼ਮਾਨਾ ਬੱਚਿਆਂ ਦਾ, ਬੱਚੇ ਇੱਕ ਦੂਜੇ ਦੇ ਉੱਤੇ ਬੜੇ ਅਨਫੋਰਗਿਵਿੰਗ, ਬੜੇ ਸਿੱਧੇ ਕੁਝ ਵੀ ਬੋਲ ਦਿੰਦੇ ਨੇ ਨਾ ਉਸ ਉਮਰ 'ਚ, ਇਨੋਸੈਂਟ ਹੁੰਦੇ ਨੇ ਤਾਂ। ਹਾਂ, ਤੇ ਉਹ ਕੁਝ ਵੀ ਬੋਲਦੇ ਨੇ, ਉਹ ਵਿਚਾਰਿਆਂ ਦੇ ਉੱਤੇ ਕੀ ਬੀਤੂਗੀ। ਇਹ ਵਿਕਰਮ ਨੂੰ ਤਾਂ ਜ਼ਰੂਰ ਇਹ ਚੀਜ਼ ਵੀ ਕਰਦੀ ਹੋਗੀ ਕਿ ਮੈਂ ਤਾਂ ਅਡਲਟ ਸੀ, ਮੈਂ ਤਾਂ ਝੱਲ ਲਿਆ, ਪਰ ਮੇਰੇ ਬੱਚੇ ਕਿਵੇਂ ਇਸ ਚੀਜ਼ ਨੂੰ ਬਰਦਾਸ਼ਤ ਕਰਦੇ। ਮੈਂ ਤਾਂ ਨੇੜੇ ਹੋ ਕੇ ਦੇਖਿਆ ਕਿ ਮੇਰੀ ਬੇਟੀ ਦੇ ਉੱਤੇ ਕੀ ਇਫੈਕਟ ਹੋਇਆ ਸੀ। ਸੋ ਰੱਬ ਨਾ ਕਰੇ ਕਿ ਉਹਦੇ ਬੱਚਿਆਂ ਨੂੰ, ਮੈਨੂੰ ਪੂਰਾ ਵਿਸ਼ਵਾਸ ਹੈ ਸੁਪਰੀਮ ਕੋਰਟ ਤੋਂ ਐ ਬਾਇਜ਼ਤ ਹੋ ਕੇ ਬਰੀ ਹੋ ਕੇ ਆਊਗਾ ਕਿ ਰੱਬ ਇਹਨਾਂ ਦੇ ਮੂੰਹ 'ਚ ਤਮਾਚੇ ਮਾਰੂਗਾ, ਕਿਉਂਕਿ 13 ਸਾਲ ਉਸ ਬੰਦੇ ਨੇ ਜਿਵੇਂ ਲੜਾਈ ਲੜੀ ਹੈ, ਜਿਵੇਂ ਇਹਨਾਂ ਦੀ ਤਸ਼ੱਦਦਤਾ, ਇਹਨਾਂ ਦਾ ਝੂਠ, ਇਹਨਾਂ ਦਾ ਪ੍ਰਚਾਰ ਉਹਨੂੰ ਸਹਾ ਹੈਗਾ, ਤੇ ਕਿਸ ਚੀਜ਼ ਤੋਂ ਇੱਕ ਬੰਦੇ ਦੇ ਇੱਕ ਸਟੇਟਮੈਂਟ ਦਾ ਸਾਹਮਣੇ ਕਿ ਬਸ ਨਿਕਲਦੇ ਮੀਡੀਆ ਨੂੰ ਕਹਿ ਦੇ ਇਸ ਬੰਦੇ ਨੂੰ ਆਪਾਂ ਫੜਿਆ ਸੀਗਾ ਕਿ ਇਹ ਵਿਕਰਮ ਦਾ ਨਾਂ ਲੈ ਲੈ, ਤੇ ਉਹਦੇ ਕਰਕੇ ਕਿਤੇ ਤੋਂ ਕਿੱਥੋਂ ਗੱਲ ਬਣਾ ਦਿੱਤੀ ਹੈਗੀ। ਹੱਦ ਹੈ, ਹੱਦ ਹੁੰਦੀ ਹੈ। ਕਿਸੇ ਨੇ ਮੈਨੂੰ ਦੱਸਿਆ, ਪਤਾ ਨਹੀਂ ਸੱਚ ਆ ਪਤਾ ਨਹੀਂ ਝੂਠ ਆ, ਕਿ ਤੁਹਾਡੇ ਮਦਰ ਨੂੰ ਖਬਰਾਂ ਪਤਾ ਨਾ ਲੱਗਣ, ਅਖਬਾਰ ਤੱਕ ਹਟਵਾ ਦਿੱਤੇ ਗਏ ਸੀ ਘਰੋਂ ਤਾਂ ਕਿ ਉਹ ਦੁਖੀ ਨਾ ਹੋਣ ਕਿਸੇ ਗੱਲ ਤੋਂ। ਦੇਖੋ ਜਦ ਮਾਪੇ ਵੱਡੇ ਉਮਰ ਜ਼ਿਆਦੀ ਹੋ ਜਾਂਦੀ ਹੈ ਨਾ, ਤੇ ਸਿਹਤ ਕਮਜ਼ੋਰ ਹੋ ਜਾਂਦੀ ਹੈ। ਛੋਟੀ ਵੀ ਚੀਜ਼ ਵੀ ਉਹਨਾਂ ਦੇ ਦਿਲ ਨੂੰ ਬਹੁਤ ਵੱਡੀ ਸੱਟ ਮਾਰ ਕੇ ਉਹਨਾਂ ਦੀ ਸਿਹਤ 'ਤੇ ਅਸਰ ਕਰ ਸਕਦੀ ਹੈ। ਸੋ ਮੇਰੇ ਮਦਰ, ਉਹਨਾਂ ਨੂੰ ਬਿਮਾਰੀ ਐਸੀ, ਉਹ ਟੋਟਲੀ ਬੈੱਡ ਰਿਡਨ ਹੈਗੇ, ਵੀਲ ਚੇਅਰ 'ਚ ਹੈਗੇ, ਤੇ ਜਿਹੜੇ ਬੜੇ ਸਟਰੋਂਗ ਹੁੰਦੇ ਸੀ ਸਾਰੀ ਉਮਰ, ਹੁਣ ਸਰੀਰਕ ਕਮਜ਼ੋਰੀ ਕਰਕੇ ਦਿਲ ਵੀ ਕਮਜ਼ੋਰ ਹੋ ਗਿਆ ਹੈਗਾ, ਤੇ ਛੋਟੀ ਚੀਜ਼ ਨੂੰ ਵੱਡਾ ਧੱਕਾ ਹੋ ਕੇ ਉਹਨਾਂ ਦਿਲ ਨੂੰ ਕਿਸੇ ਟਾਈਮ ਅਸਰ ਕਰ ਸਕਦਾ ਹੈ। ਐਂਡ ਵਿਕਰਮ ਹਮੇਸ਼ਾ ਉਹਨਾਂ ਦਾ, ਅਸੀਂ ਉਹਨੂੰ ਕਹਿੰਦੇ ਸੀ ਐਪਲ ਆਫ ਯੂਰ ਆਈ, ਵਿਕਰਮ ਹਮੇਸ਼ਾ ਉਹਨਾਂ ਦਾ ਫੇਵਰੇਟ ਹੁੰਦਾ ਸੀ। ਸੋ ਬਹੁਤ ਸਾਲਾਂ ਤੋਂ ਇਹ ਚੀਜ਼ਾਂ ਵਿਕਰਮ ਦੇ ਬਾਰੇ ਸੁਣ ਕੇ, ਲੇਕਿਨ ਹੁਣ ਜੇ ਸ਼ਰੇਆਮ ਜਿਸ ਤਰ੍ਹਾਂ ਦੇ ਕੇਸ ਬਣੂ ਕੇ ਸਾਰਾ ਕੁਝ ਰੇਡ ਹੋ ਰਹੀ ਹੈ, ਬੱਚਿਆਂ ਨੂੰ ਨਾ ਪਤਾ ਲੈ, ਮਾਮਾ ਨੂੰ ਪਤਾ, ਓਬਵੀਅਸਲੀ ਐਂਡ ਦੈਨ ਫਿਰ ਉਹਨੂੰ ਜਿਵੇਂ ਉਹ ਘਰ 'ਚ ਸਿਰਫ ਮੇਰੇ ਮਦਰ ਤੇ ਗੁਨੀਵ ਰਹਿ ਗਏ ਸੀਗੇ। ਸੋ ਇਹ ਸਾਰੀ ਚੀਜ਼ਾਂ ਵਿਕਰਮ ਨੂੰ ਤਾਂ ਹੈ ਕਿ ਮੇਰੀ ਮਾਂ ਨੂੰ ਕੱਲ ਕੁਝ ਹੋ ਗਿਆ, ਕਿਉਂਕਿ ਮੇਰੇ ਉੱਤੇ ਆ ਸਾਰਾ ਕੁਝ ਹੋ ਰਿਹਾ, ਤੇ ਕਿਤੇ ਨਾ ਕਿਤੇ ਸਾਰੀ ਉਮਰ ਉਸ ਭਾਰ ਦੇ ਨਾਲ ਜਿਉਣਾ, ਕਿਉਂਕਿ ਮੇਰੇ ਉੱਤੇ ਇਲਜ਼ਾਮ ਲੱਗਿਆ ਸੀ ਤੇ ਮੇਰੀ ਮਾਂ ਉਹਨੂੰ ਨਹੀਂ ਸਹਿ ਸਕੀ, ਜਿਹਦੇ ਕਰਕੇ ਸ਼ੀ ਕੁਡ ਨਾਟ ਬੇਅਰ ਇਟ। ਤੋ ਆਈ ਹੋਪ ਕਿ ਇਹੋ ਜਿਹੀ ਚੀਜ਼ ਹੋਣ ਤੋਂ ਪਹਿਲੇ ਰੱਬ ਉਹ ਦਿਨ ਜ਼ਰੂਰ ਮੇਰੀ ਮਾਤਾ ਨੂੰ ਦਿਖਾਏ ਜਿੱਥੇ ਇਹ ਕਲੰਕ ਚੰਗੀ ਤਰ੍ਹਾਂ ਧੋਤਾ ਜਾਏ, ਸਾਰੇ ਤੱਥ ਸਾਹਮਣੇ ਹੋਣ, ਤਾਂ ਅਦਾਲਤ ਆਪਣਾ ਫੈਸਲਾ ਸੁਣਾਏ, ਤੇ ਇਹਨਾਂ ਦੇ ਮੂੰਹ ਹਮੇਸ਼ਾ ਵਾਸਤੇ ਬੰਦ ਹੈ। ਲੋਕੀ ਸਮਝਣ ਕਿ ਕਿੰਨੀ ਗੰਦੀ ਘਟੀਆ ਰਾਜਨੀਤੀ ਕਿੱਥੇ ਤਾਈਂ ਇਹ ਝੁਕ ਸਕਦੇ ਨੇ ਕੱਲੇ ਸਿਆਸੀ ਲਾਭ ਵਾਸਤੇ, ਜਿਹੜੇ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਸਕਦੇ ਨੇ ਸਿਆਸਤ ਵਾਸਤੇ, ਕਤਲੇਆਮ ਕਰਾ ਸਕਦੇ ਨੇ, ਤੇ ਫਿਰ ਸਾਡੇ ਉੱਤੇ ਕਲੰਕ ਮਲਣਾ, ਮਤਲਬ ਅੱਜ ਪੋਲੀਟਿਕਸ ਇੰਨੀ ਗੰਦੀ ਹੋ ਗਈ। ਤਾਂ ਹੀ ਮੈਂ ਬਾਦਲ ਸਾਹਿਬ ਨੂੰ ਦਾਤ ਦਿੰਦੀ ਹਾਂ ਕਿ ਕੈਪਟਨ ਨੇ ਜੇਲ੍ਹ 'ਚ ਬੈਠਿਆ ਹੋਣਾ ਸੀਗਾ, ਬਾਦਲ ਸਾਹਿਬ ਨੇ ਆਪਣਾ ਕੇਸ ਵਾਪਸ ਆ, ਕਹਿੰਦੇ ਵੈਂਡੇਟਾ ਪੋਲੀਟਿਕਸ ਨਹੀਂ। ਅਨਫੋਰਚੁਨੇਟਲੀ ਅੱਜ ਸਾਫ ਸੁਥਰੀ ਰਾਜਨੀਤੀ ਕਰਨ ਵਾਲੇ ਲੋਕ ਬਚੇ ਹੀ ਨਹੀਂ ਹੈ। ਸਾਰੀ ਰਾਜਨੀਤੀ ਹੋ ਗਈ ਹੈ ਕਿ ਲੋਕਾਂ ਨੂੰ ਝੂਠ ਮਾਰੋ, ਗੁੰਮਰਾਹ ਕਰੋ, ਤੇ ਬਸ ਇੱਥੇ ਤਾਂ ਹੀ ਰਾਜਨੀਤੀ ਰਹਿ ਗਈ ਹੈ। ਹੁਣ ਉਹ ਪੁਰਾਣੀ ਪੋਲੀਟੀਸ਼ੀਅਨਸ ਹੀ ਘੱਟ ਜਿਹੜੇ ਅਸਲ 'ਚ ਕੁਝ ਸੁਧਾਰ ਕਰਨਾ ਚਾਹੁੰਦੇ। ਹੋਪਫੁਲੀ ਜਿਹੜੇ ਬਚੇ ਕੁਚੇ ਹੈਗੇ ਬਾਲ ਸਾਹਿਬ ਤੋਂ ਸਿੱਖ ਕੇ ਆਪਾਂ ਉਹਨਾਂ ਦੀ ਪੋਲਿਸੀ 'ਚ ਚੱਲੀਏ। ਮੈਂ ਲਾਸਟ ਸਵਾਲ ਤੁਹਾਨੂੰ ਕਰਨਾ ਸੀਗਾ, ਕਿ ਕਿਹਾ ਜਾਂਦਾ ਕਿ ਤੁਹਾਡੇ ਬਾਰੇ ਕਿ ਤੁਸੀਂ ਬਹੁਤ ਜ਼ਿਆਦਾ ਅਧਿਆਤਮਕ ਹੋ, ਕਿਹਨੂੰ ਮੰਨਦੇ ਹੋ ਤੁਸੀਂ? ਕਿ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ ਆਪਾਂ ਸਾਰੇ ਸਿੱਖ, ਉਹ ਤੋਂ ਬਿਨਾਂ ਕੋਈ ਤੁਹਾਡੇ ਇਸ ਤਰ੍ਹਾਂ ਦਰਸ਼ਨ ਨੇ ਜਿਨ੍ਹਾਂ ਕੋਲੇ, ਜਾਂ ਤੁਸੀਂ ਕਿਸੇ ਨੂੰ ਮੰਨਦੇ ਹੋ? ਕਿੱਥੇ ਜਾਂਦੇ ਹੋ ਤੁਸੀਂ?
ਔਰ ਕਿੰਨਾ ਇੰਟਰਸਟ ਆ ਤੁਹਾਡਾ ਅਧਿਆਤਮ 'ਚ? ਮਾਲਿਕ ਦੀ ਕਿਰਪਾ ਦੇ ਨਾਲ ਸੰਤਾਂ ਮਹਾਂਪੁਰਖਾਂ ਦੀ ਸੰਗਤ ਜਨਮ ਤੋਂ ਹੀ ਮਿਲੀ ਹੈਗੀ, ਪੀੜ੍ਹੀ ਦਰ ਪੀੜ੍ਹੀ ਮਿਲੀ ਹੈਗੀ, ਅਤੇ ਉਹਨਾਂ ਦੀ ਰਹਿਮਤ ਸਦਕਾ ਆ ਸਿੱਖਿਆ ਹੈ ਕਿ ਰੱਬ ਦੇ ਨਾਲ ਕਿਵੇਂ ਜੁੜਨਾ, ਅਤੇ ਰੱਬ ਦੇ ਦਰ ਤੋਂ ਜਿਵੇਂ ਸਾਡੇ ਮਹਾਂਪੁਰਖ ਭਗਤ ਜੀ ਜਿਨ੍ਹਾਂ ਨੂੰ ਕਹਿੰਦੇ ਗੁਰਕਿਰਪਾਲ ਸਿੰਘ ਜੀ, ਉਹਨਾਂ ਨੇ बचपन तो ही सिखाता मिलता है तेरे दर से मुकद्दर से भी ज़्यादा, हालांकि मुकद्दर भी तेरे दर से मिला है। सो संतां महापुरखां ते दर तो ਉਹ ਤੁਹਾਨੂੰ ਕਦੇ ਉਹ ਵੀ ਦਿਲਵਾ ਸਕਦੇ ਜਿਹੜੇ ਸ਼ਾਇਦ ਤੁਹਾਡੇ ਮੁਕੱਦਰ 'ਚ ਵੀ ਨਹੀਂ ਹੁੰਦਾ, ਉਹਨਾਂ ਦੇ ਦਰ ਤੋਂ ਮੁਕੱਦਰ ਤੋਂ ਵੀ ਵੱਧ ਮਿਲ ਸਕਦਾ ਹੈ। ਸੋ ਹਮੇਸ਼ਾ ਉਹਨਾਂ ਦੇ ਲੜ ਲੱਗਿਆ, ਜਿਹਦੇ ਕਰਕੇ ਹਰ ਕਿਹੜੀ ਵਡਿਆਈ ਦੇਖੋ ਸੰਤੋਹਨ ਮਾਨਿਆ ਮਾਨ ਦਿਵਾਇਆ। ਸੋ ਜੋ ਕੁਛ ਅੱਜ ਤਾਈਂ ਮਿਲਿਆ ਸੋ ਸੰਤਾਂ ਮਹਾਂਪੁਰਖਾਂ ਦੀ ਰਹਿਮਤ, ਪਰਮਾਤਮਾ ਵਾਹਿਗੁਰੂ ਦੀ ਰਹਿਮਤ ਸਦਕਾ ਹੈਗਾ। ਜਿੰਨਾ ਸ਼ੁਕਰਾਨਾ ਕਰੀਏ ਘੱਟ ਹੈਗਾ, ਅਤੇ ਹਰ ਪਾਸੋਂ ਸ਼ੁਕਰ ਹੀ ਹੈ ਮਾਲਿਕ ਦਾ। ਤੁਹਾਨੂੰ ਲੱਗਦਾ ਸਭ ਕੁਝ ਡੈਸਟਨੀ ਹੈ? ਬਿਲਕੁਲ, ਸਭ ਪੱਤਾ ਨਹੀਂ ਹਿਲਦਾ ਮਾਲਿਕ ਦੀ ਰਜ਼ਾ ਤੋਂ ਬਿਨਾਂ, ਇੱਕ ਪੱਤਾ ਨਹੀਂ ਹਿਲਦਾ, ਅਤੇ ਟੇਕ ਸਿਰਫ ਉਸ ਮਾਲਿਕ ਦਾ। ਹੋਰ ਆਪਾਂ ਭਟਕ ਜਾਂਦੇ ਹਾਂ ਇਸ ਮਾਇਆ ਜਾਲ 'ਚ, ਕੀ ਇਲੈਕਸ਼ਨ ਹੈਗੀ, ਕੀ ਹੈਗੀ। ਇਹ ਇਲੈਕਸ਼ਨ ਦਾ ਰਿਜ਼ਲਟ ਇਜ਼ ਆਲ ਰਿਟਨ, ਉਹਨੂੰ ਪਤਾ ਕੀ ਹੋਣਾ ਹੈਗਾ। ਜ਼ੋਰ ਉੱਥੇ ਹੀ ਲਾਓ ਨਾ, ਇੱਥੇ ਬਾਕੀ ਚੀਜ਼ਾਂ 'ਚ ਕਿਉਂ। ਮਾਘ ਦੇ ਮਹੀਨੇ 'ਚ ਸਾਡੇ ਘਰ 'ਚ ਪਾਠ ਚੱਲਦੇ ਨੇ, ਅਤੇ ਮੈਂ ਬਾਹਰ ਕਿਤੇ ਨਹੀਂ ਜਾਂਦੀ, ਪਰ ਹਰ 5 ਸਾਲ ਬਾਅਦ ਉਹ ਮਾਘ ਦੇ ਮਹੀਨੇ 'ਚ ਹੀ ਆ ਇਲੈਕਸ਼ਨ ਆਉਂਦੀ ਹੈ, ਅਤੇ ਹਮੇਸ਼ਾ ਘਰ 'ਚ ਆ ਹੁੰਦਾ ਹੈ ਕਿ ਹੁਣ ਤੂੰ ਪਾਠ ਛੱਡ ਅਤੇ ਪ੍ਰਚਾਰ 'ਚ ਜਾ। ਅਤੇ ਮੈਂ ਕਹਿੰਦੀ ਕਿ ਨਹੀਂ, ਮਿਲਣਾ ਜਿੱਥੋਂ ਹੈਗਾ ਮੈਂ ਉਹ ਨਹੀਂ ਛੱਡਣਾ। ਸੋ ਸ਼ੁਰੂ 'ਚ ਮੈਂ ਸੋਚਦੀ ਸੀ ਪ੍ਰਚਾਰ ਹੈ ਜ਼ਰੂਰੀ, ਬਟ ਨਾਓ ਮੈਂ ਮਤਲਬ ਤੁਹਾਡੀ ਵੈਸੇ ਮੈਂ ਕਹਾਂ ਰਿਲੀਜੀਅਸ ਪ੍ਰੈਕਟਿਸ ਕੀ ਹੈਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ? ਗੁਰੂ ਸਾਹਿਬ ਨੇ ਕਿਹਾ ਕਿ ਦਸਮ ਆਪਣੀ ਕਿਰਤ ਤੋਂ ਦੇਣਾ ਚਾਹੀਦਾ ਹੈ, ਤਾਂ ਮੈਂ ਸਮਝਦੀ ਹਾਂ ਜਿੱਥੇ ਕਿਰਤ ਕਮਾਈ 'ਚੋਂ ਦਸਮ ਧਰਮ ਵੱਲ ਯੋਗ ਕਰਨਾ, ਤਾਂ ਫਿਰ ਆਪਣੇ ਦਿਨ ਦੇ 24 ਘੰਟਿਆਂ ਵਿੱਚੋਂ ਵੀ ਦਸਮ ਕੱਢ ਕੇ ਰੱਬ ਨੂੰ ਧਿਆਨ ਕਰਨਾ ਚਾਹੀਦਾ ਹੈ। ਸੋ ਕੋਸ਼ਿਸ਼ ਕਰਦੀ ਹਾਂ ਕਿ 2.5 ਘੰਟੇ ਘੱਟ ਤੋਂ ਘੱਟ ਮੈਂ ਪਾਠ ਕਰਾਂ, ਮਾਲਿਕ ਦਾ ਸ਼ੁਕਰਾਨਾ ਕਰਾਂ, ਆਪਣੀ ਭੁੱਲਾਂ ਢਿੱਲਾਂ ਗਲਤੀਆਂ ਬਖਸ਼ਾਵਾਂ। ਸਵੇਰੇ ਦਿਨ ਦੀ ਸ਼ੁਰੂਆਤ ਮੈਂ ਪੁੱਛਣਾ ਕਿਵੇਂ ਕਰਦੇ ਹੋ? ਮਤਲਬ ਜਿਵੇਂ ਥੋੜ੍ਹਾ ਤੁਸੀਂ ਦੱਸੋ ਖੋਲ ਕੇ ਕਿ ਕਿਵੇਂ? ਉੱਠਣ ਸਾਰ ਮੱਥਾ ਟੇਕਦੀ ਹਾਂ, ਜੀ, ਫਿਰ ਨਹਾ ਧੋ ਕੇ ਆਪਣਾ ਸੁਖਮਨੀ ਸਾਹਿਬ ਦਾ ਪਾਠ ਕਰਦੀ ਹਾਂ। ਹੁਣ ਵੀ ਮੇਰਾ ਗੁਟਕਾ ਮੇਰੀ ਗੱਡੀ 'ਚ ਅੱਜ ਸਵੇਰ ਦਾ ਰਹਿ ਗਿਆ ਹੋਣਾ, ਅਤੇ ਕਿਉਂਕਿ ਅੱਜ ਪ੍ਰੋਗਰਾਮ ਛੇਤੀ ਸ਼ੁਰੂ ਹੋ ਗਏ, ਸੋ ਹੁਣ ਸ਼ਾਮ ਨੂੰ ਜਾਂਦੇ ਹੋਏ ਸਵੇਰ ਦਾ ਪਾਠ ਕਰਾਂਗੇ। ਸਵੇਰ ਸੁਖਮਨੀ ਸਾਹਿਬ ਦਾ ਪਾਠ ਕਰਕੇ ਫਿਰ ਬਾਕੀ ਦਿਨ 'ਚ ਆਪਣਾ ਦੂਜਾ ਪਾਠ ਕਰਕੇ ਸ਼ਾਮ ਨੂੰ ਪਾਠ ਜਿਹੜਾ ਵੀ ਹੈਗਾ ਮਹਾਂਪੁਰਖਾਂ ਤੋਂ ਜਿਵੇਂ ਸਮਤ ਮਿਲੀ ਹੈ। ਤਾਂ ਇਹ ਡੇਲੀ ਹੈ, ਕੋਈ ਦਿਨ ਮਿਸ ਨਹੀਂ ਹੁੰਦਾ? ਨਾ, ਇਹ ਗੁਟਕਾ ਸਾਹਿਬ ਮੈਨੂੰ ਸਾਡੇ ਮਹਾਂਪੁਰਖਾਂ ਨੇ ਦਿੱਤਾ ਸੀ ਜਦ ਮੇਰਾ ਖਿਆਲ ਜਦ ਸੁਖਬੀਰ ਜੀ ਤਾਂ ਮੇਰੀ ਇੰਗੇਜਮੈਂਟ ਹੋਈ ਸੀ, ਤਾਂ ਉਸ ਟਾਈਮ ਦਿੱਲੀ 'ਚ ਮੈਂ ਜੰਮਪਲ ਸੀ, ਦਿੱਲੀ ਦੀ ਪੜ੍ਹੀ ਲਿਖੀ ਤਾਂ ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਸੀ, ਜਿਹਦੇ ਕਰਕੇ ਜਦੋਂ ਗੁਟਕਾ ਦਿੱਤਾ ਤਾਂ ਪਹਿਲੀ ਵਾਰੀ ਮੈਂ ਗੁਟਕਾ ਸਾਹਿਬ ਨੂੰ ਲੈ ਕੇ ਪੰਜਾਬੀ ਦੀ ਟਿਊਟਰ ਬਿਠਾਈ ਕਿ ਮੈਨੂੰ ਸੁਖਮਨੀ ਸਾਹਿਬ ਕਰਨਾ ਸਿਖਾ ਦਿਓ। ਤਾਂ ਸੁਖਮਨੀ ਸਾਹਿਬ ਤੋਂ ਹੀ ਮੈਂ ਪੰਜਾਬੀ ਸਿੱਖੀ। ਧੰਨਵਾਦ ਹਰਸਿਮਰਤ ਜੀ, ਬਹੁਤ ਧੰਨਵਾਦ ਤੁਹਾਡਾ। ਤਾਂ ਇਹ ਸਨ ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸਿਆ, ਔਰ ਜਿਹੜੇ ਕਹਿ ਰਹੇ ਨੇ ਕਿ ਪੰਜਾਬ 'ਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ। ਉਹਨਾਂ ਦਾ ਕਹਿਣਾ ਬਹੁਤ ਸਾਰੀਆਂ ਪਾਰਟੀਆਂ ਆਪਣੀ ਪਰਸੈਪਸ਼ਨ ਪੈਸੇ ਅਤੇ ਮੀਡੀਆ ਨਾਲ ਬਣਾ ਰਹੀਆਂ ਨੇ। ਉਹਨਾਂ ਦਾ ਮੰਨਣਾ ਕਿ ਗਰਾਊਂਡ 'ਤੇ ਅਕਾਲੀ ਦਲ ਆ। ਦੇਖਦੇ ਹਾਂ ਹੁਣ ਚੋਣਾਂ ਦੇ ਨਤੀਜੇ ਕੀ ਕਹਿੰਦੇ ਨੇ। ਵਿਧਾਨ ਸਭਾ ਪਹੁੰਚਣਗੇ ਕਿਹੜੇ 117 ਉਮੀਦਵਾਰ? ਪੰਜਾਬ ਵਿੱਚ ਕੌਣ ਬਣਾਉਣ ਜਾ ਰਿਹਾ ਹੈ ਨਵੀਂ ਸਰਕਾਰ? ਪਿੰਡ ਦੀ ਸੱਤ ਤੋਂ ਲੈ ਕੇ ਵਿਧਾਨ ਸਭਾ ਤੱਕ ਖਾਵਾਂਗੇ ਮਾਲਵੇ ਦਾ ਹਰ ਰੰਗ। ਦੁਆਬੇ ਤੇ ਵੀ ਰਹੇਗੀ ਸਾਡੀ ਤਿੱਖੀ ਨਜ਼ਰ। ਮਾਝੇ ਦੀ ਸਿਆਸਤ 'ਚ ਕੀ ਰਹੇਗਾ ਖਾਸ? ਸਟੂਡੀਓ ਤੋਂ ਲੈ ਕੇ ਗਰਾਊਂਡ ਜ਼ੀਰੋ ਤੱਕ ਨਿਊਜ਼ ਰੂਮ ਤੋਂ ਰੱਖਾਂਗੇ ਹਰ ਖਬਰ ਤੇ ਨਜ਼ਰ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸਿਆਸਤ ਦਾ ਦੱਸਾਂਗੇ ਤੁਹਾਨੂੰ ਪੂਰਾ ਹਾਲ। ਸਭ ਤੋਂ ਪਹਿਲਾਂ ਸਭ ਤੋਂ ਸਟੀਕ। ਮੈਂ ਯਾਦਵਿੰਦਰ ਸਿੰਘ। ਮੈਂ ਹਾਂ ਗਗਨਦੀਪ ਸਿੰਘ। ਮੈਂ ਹਾਂ ਵਿਕਰਮ ਸਿੰਘ। ਮੈਂ ਹਾਂ ਸ਼ੁਭਕਰਮਨ ਧਾਲੀਵਾਲ। ਮੈਂ ਹਾਂ ਸਿਮਰਨਜੀਤ ਸਿੰਘ। ਮੈਂ ਹਾਂ ਮਨਦੀਪ ਕੌਰ ਸੰਧੂ। ਮੈਂ ਹਾਂ ਕਰਨ ਹਾਂਡਾ। ਮੈਂ ਹਾਂ ਮਨਦੀਪ ਜੋਤ ਸਿੰਘ। ਮੈਂ ਹਾਂ ਸੀਰਤ ਸੰਧੂ। ਅਸੀਂ ਟੀਵੀ ਮੀਡੀਆ ਦੀ ਸਭ ਤੋਂ ਬੈਸਟ ਟੀਮ ਨਾਲ ਚੋਣਾਂ ਦੀ ਸਭ ਤੋਂ ਅਹਿਮ ਕਵਰੇਜ 20 ਫਰਵਰੀ ਨੂੰ ਲੈ ਕੇ ਆਵਾਂਗੇ। ਜੁੜੇ ਰਹੋ ਦਿਨ ਭਰ।